श्री वाहिगुरु जी। एक ओंकार सतगुर प्रसाद। आथ चनाका शास्त्र भाखा लिखिया ते एक अद्वितीय ब्रह्म ओंकार सर्वदा प्रकाशक प्रभु जो सत नाश तो रहत सच स्वरूप गुर चेतन स्वरूप अते प्रसाद आनंद स्वरूप है। या सतगुरां दी प्रसाद कृपा द्वारा प्राप्त होंदा है। आथ अब भाव हुण चनाका चाणक्य ऋषि का लिखिया होया संस्कृत विच ग्रंथ भाखा लिखी अते उसनूं सरल भाषा विच कवि सैनापति जी लिख रहे हन। दोहरा प्रणवत हो श्री विष्णु को। कवि सैनापति जी कथन करते हैं कि उस श्री शोभा दे मालक विष्णु, विष्णु नाम विष्णु का नहीं है। बेस अन बेस विश्व यानी सारे ब्रह्मांड की अन नामे चेष्टा करने वाला कौन है? परमात्मा श्री विष्णु को। वैसे हिंदू मत वाले इहदा अर्थ करनगे जो श्री लक्ष्मी उसका पति कौन है? विष्णु उसनू। पर गुरमत का जिहड़ा अर्थ है श्री शोभा का मालक कौन है? बेस अन जो सारे बेस विश्व यानी सारे ब्रह्मांड की अन चेष्टा करने वाला है परमात्मा। उसनू मैं सब तो पहला प्रणवत नमस्कार करता हाँ। जो त्रिलोक के राए जेड़े प्रभु जी त्रिलोक तिन्ने लोकां स्वर्ग लोक मात लोक पताल लोक दे राजा प्रकाश रूप हन। चाणका भाखा करूं जो चाणक्य नामी ग्रंथ चाणक्य ऋषि का लिखिया होया संस्कृत विच सी। उसनू मैं भाखा कहिए देश भाषा छंदाबंदी दे विच करों करदा हाँ। जो तुम होए सहाय। हे प्रभु जी जेकर तुसीं आप मददगार होवो तां ही ये कारज हो सकता है। दोहरा बहु शास्त्र अवलोक के। बहुत सारे होर भी राजनीति आदि के शास्त्र यानी पुस्तक ग्रंथ अवलोक देख पढ़ करके सुंदर बचन निकार उन्हां दे विचों बहुत ही सुंदर सोहने भाव चंगे लाभदायक बचन निकार कढ़ करके राजनीत संभूह को संभूह सारी राजनीति नूं श्रेष्ठ राज करन दीआं जुगतियां दे द्वारा वर्णन करो विथार विस्तार करके मैं बयान करदा हाँ। अर्थात होरना राजनीति के ग्रंथों विचों चंगिया चंगिया राजनीति दीआं गल्लां नूं खोल के यह चनाका नामे ग्रंथ बनाउंदा हाँ। प्रश्न है कि हे कवि जी जो तुसीं ये ग्रंथ भाखा विच बना रहे हो इस दे पढ़न दा की फल प्राप्त होवेगा? तां कवि जी उत्तर दिंदे ने छपै जो यह शास्त्र पढ़े जिहड़ा मनुख इस चनाका ग्रंथ नूं विचार दे सहित किसी चंगे उस्ताद द्वारा पढ़ना करेगा
ਸੋ ਨਰ ਚਾਤੁਰਤਾ ਪਾਵੈ। ਉਹ ਮਨੁੱਖ ਦੁਨੀਆਦਾਰੀ ਦੀ ਚੰਗੀ ਸਿਆਣਪ ਵਾਲੀ ਅਕਲ ਪ੍ਰਾਪਤ ਕਰ ਲਵੇਗਾ। ਭਾਵ ਉਹ ਮਨੁੱਖ ਹਰੇਕ ਗੱਲ ਵਿੱਚ ਸਿਆਣਾ ਸਮਝਦਾਰ ਹੋ ਜਾਵੇਗਾ। ਜੋ ਯਹ ਸ਼ਾਸਤਰ ਪੜ੍ਹੈ, ਜਿਹੜਾ ਵੀ ਮਨੁੱਖ ਇਸ ਚਣਾਕਾ ਗ੍ਰੰਥ ਨੂੰ ਵਿਚਾਰਦੇ ਸਾਹਿਤ ਕਿਸੇ ਚੰਗੇ ਉਸਤਾਦ ਦੁਆਰਾ ਪੜ੍ਹੇਗਾ, ਪਰਮ ਉਪਦੇਸ਼ ਦ੍ਰਿੜਾਵੈ। ਉਹ ਪਰਮ ਵੱਡੀ ਭਾਵ ਬ੍ਰਹਮ ਦੇ ਸਰੂਪ ਦੀ ਉਪਦੇਸ਼ ਸਿੱਖਿਆ ਵੀ ਦ੍ਰਿੜ ਯਾਨੀ ਪਰਪੱਕ ਕਰਵਾ ਦੇਵੇਗਾ, ਜਾਂ ਉਹ ਧਰਮ ਦਾ ਉਪਦੇਸ਼ ਕਰ ਸਕੇਗਾ। ਪਾਠ ਪਰਮ ਹੀ ਹੈ, ਜੇ ਧਰਮ ਮੰਨੀਏ ਧਰਮ ਉਪਦੇਸ਼ ਦ੍ਰਿੜਾਵੈ, ਉਹ ਧਰਮ ਦਾ ਉਪਦੇਸ਼ ਕਰ ਸਕੇਗਾ। ਜੋ ਯਹ ਸ਼ਾਸਤਰ ਪੜ੍ਹੈ, ਜਿਹੜਾ ਵੀ ਮਨੁੱਖ ਇਸ ਰਾਜਨੀਤੀ ਦੇ ਚਨਾਕਾ ਗ੍ਰੰਥ ਨੂੰ ਵਿਚਾਰਦੇ ਸਾਹਿਤ ਕਿਸੇ ਚੰਗੇ ਉਸਤਾਦ ਦੁਆਰਾ ਪੜ੍ਹੇਗਾ, ਬਿਨਾਂ ਕਰਨਾ ਅਨ ਕਰਨਾ, ਉਹ ਕਰਨ ਜੋ ਕੰਮ ਤੋਂ ਬਿਨਾਂ, ਕਰਨ ਜੋ ਕੰਮ ਤੋਂ ਰਹਿਤ ਅਤੇ ਅਨ ਕਰਨਾ ਇੱਕ ਰਸ, ਕਰਨ ਜੋ ਕੰਮ ਦੀ ਸਮਝ ਪਾ ਲਵੇਗਾ। ਜਾਂ ਉਹ ਅਨ ਕਰਨਾ ਨਾ ਕਰਨ ਜੋ ਕੰਮਾਂ ਅਤੇ ਕਰਨਾ ਕਰਨ ਵੱਲੋਂ ਰਹਿਤ ਹੋ ਜਾਵੇਗਾ। ਨਾ ਕਰਨ ਜੋ ਕੰਮਾਂ ਦੇ ਕਰਨ ਵੱਲੋਂ ਰਹਿਤ ਹੋ ਜਾਵੇਗਾ। ਇਸੇ ਤਰ੍ਹਾਂ ਜੋ ਯਹ ਸ਼ਾਸਤਰ ਪੜ੍ਹੈ, ਜਿਹੜਾ ਮਨੁੱਖ ਇਸ ਗ੍ਰੰਥ ਨੂੰ ਪੜ੍ਹੇਗਾ, ਇਸ ਗ੍ਰੰਥ ਨੂੰ ਪੜ੍ਹਨ ਤੋਂ ਬਿਨਾਂ ਹੈ, ਦੂਜਾ ਅਰਥ ਪੜ੍ਹਨ ਤੋਂ ਜਿਹੜਾ ਬਿਨਾਂ ਹੈ, ਕਰਨਾ ਨ ਕਰਨਾ, ਦੂਸਰੀ ਵਾਰੀ ਵਿਸ਼ਰਾਮ ਬਿਨਾਂ ਤੇ ਲੱਗੇਗਾ। ਜੋ ਯਹ ਸ਼ਾਸਤਰ ਪੜ੍ਹੈ ਬਿਨਾਂ, ਬਿਨਾਂ ਦੇ ਵਿਸ਼ਰਾਮ ਲਾ ਕੇ ਅਰਥ ਇੰਝ ਬਣੇਗਾ ਕਿ ਜਿਹੜਾ ਮਨੁੱਖ ਇਸ ਸ਼ਾਸਤਰ ਗ੍ਰੰਥ ਨੂੰ ਪੜ੍ਹਨ ਤੋਂ ਬਿਨਾਂ ਹੈ, ਕਰਨਾ ਅਨ ਕਰਨਾ, ਉਸ ਦਾ ਕਰਨਾ ਕੀਤਾ ਹੋਇਆ ਕੰਮ ਵੀ ਅਨ ਕਰਨਾ ਨਾ ਕਰਨ ਜਿਹਾ ਹੀ ਹੈ, ਭਾਵ ਉਹਦੀ ਸਫਲਤਾ ਨਹੀਂ ਮਿਲੇਗੀ। ਪਰ ਮੁੱਖ ਅਰਥ ਪੜ੍ਹੈ ਤੇ ਵਿਸ਼ਰਾਮ ਲਾ ਕੇ ਹੈ। ਜੋ ਯਹ ਸ਼ਾਸਤਰ ਪੜ੍ਹੈ ਬਿਨਾਂ ਕਰਨਾ ਅਨ ਕਰਨਾ, ਜਿਹੜਾ ਇਹ ਗ੍ਰੰਥ ਨੂੰ ਪੜ੍ਹੇਗਾ ਵਿਚਾਰਦੇ ਸਹਿਤ, ਉਹ ਕਰਨ ਯੋਗ ਕੰਮ ਤੋਂ ਰਹਿਤ ਅਤੇ ਇੱਕ ਰਸ ਕਰਨ ਜੋ ਕੰਮ ਦੀ ਸਮਝ ਪਾ ਲਏਗਾ। ਜਾਣੈ ਸ਼ੁਭ ਅਰ ਅਸ਼ੁਭ, ਜੋ ਇਸ ਸ਼ਾਸਤਰ ਨੂੰ ਪੜ੍ਹੇਗਾ ਉਹ ਚੰਗੇ ਅਰ ਮਾੜੇ ਕੰਮਾਂ ਨੂੰ ਜਾਣ ਲਵੇਗਾ। ਮਤਲਬ ਕਿਹੜਾ ਕੰਮ ਚੰਗਾ ਕਰਨਾ ਚਾਹੀਦਾ, ਕਿਹੜਾ ਕੰਮ ਮਾੜਾ ਨਹੀਂ ਕਰਨਾ ਚਾਹੀਦਾ। ਸ਼ੁਭ ਕਰਮ 'ਚ ਪ੍ਰਵਿਰਤ ਹੋਵੇਗਾ ਅਤੇ ਅਸ਼ੁਭ ਕਰਮ ਨੂੰ ਦੁਖਦਾਇਕ ਜਾਣ ਕੇ ਤਿਆਗ ਦੇਵੇਗਾ। ਚੰਗੇ ਮੰਦੇ ਮਨੁੱਖ ਨੂੰ ਪਰਖਣ ਵਾਲਾ ਵੀ ਬਣ ਜਾਵੇਗਾ। ਕਠਿਨ ਕਹਿਣਾ ਅਰ ਜਰਨਾ, ਫਿਰ ਕਿਸੇ ਨੂੰ ਕਠੋਰ ਵਚਨ ਕਹਿਣਾ ਅਤੇ ਕਿਸੇ ਦਾ ਕਠੋਰ ਵਚਨ ਕਿਹਾ ਹੋਇਆ ਸਹਾਰਨਾ, ਇਹ ਉਹਨੂੰ ਆ ਜਾਵੇਗਾ। ਜਾਂ ਮਹਿ ਬੁੱਧ ਕੀ ਬ੍ਰਿਧ ਹੋਵੇ, ਜਿਸ ਗ੍ਰੰਥ ਦੇ ਪੜ੍ਹਨ ਵਿੱਚ ਭਾਵ ਅਧਿਐਨ ਕਰਨ ਨਾਲ ਮਨੁੱਖ ਦੀ ਬੁੱਧੀ ਦੀ ਸੋਚ ਵਿੱਚ ਵਾਧਾ ਹੋਵੇਗਾ। ਵਹ ਸ਼ਾਸਤਰ ਭਾਖਾ ਕਰੋ, ਅਰਥਾਤ ਬੁੱਧੀ ਚਤੁਰ ਹੋ ਜਾਵੇਗੀ। ਉਹ ਨੀਤੀ ਦਾ ਗ੍ਰੰਥ ਕਵੀ ਸੈਨਾਪਤੀ ਜੀ ਕਹਿੰਦੇ, ਮੈਂ ਦੇਸ਼ ਭਾਸ਼ਾ ਵਿੱਚ ਭਾਵ ਸੁਖਾਲੀ ਬੋਲੀ ਵਿੱਚ ਰਚਨਾ ਕਰਦਾ ਹਾਂ। ਸਰਬੱਗ ਹੋਏ ਨਰ ਜੋ ਪੜ੍ਹੈ, ਜਿਹੜਾ ਵੀ ਮਨੁੱਖ ਇਸ ਚਨਾਕਾ ਗ੍ਰੰਥ ਨੂੰ ਵਿਚਾਰ ਦੇ ਸਹਿਤ ਜਾਂ ਚੰਗੇ ਉਸਤਾਦ ਕੋਲੋਂ ਪੜ੍ਹਨਾ ਕਰੇਗਾ, ਰਤਨ ਬਚਨ ਜਾਂ ਮੈਂ ਧਰੂੰ, ਉਹ ਮਨੁੱਖ ਸਰਬੱਗ ਹੋਏ, ਸਭ ਕੁਝ ਜਾਣਨ ਦੇ ਯੋਗ ਹੋ ਜਾਵੇਗਾ। ਭਾਵ ਰਾਜਨੀਤੀ ਵਿੱਚ ਨਿਪੁੰਨ ਹੋ ਜਾਵੇਗਾ, ਕਿਉਂਕਿ ਮੈਂ ਇਸ ਗ੍ਰੰਥ ਦੇ ਵਿੱਚ ਰਤਨ ਬਚਨ, ਮਾਨਕਾਂ ਦੀ ਤਰ੍ਹਾਂ ਅਮੋਲਕ ਬਚਨ ਧਰੋਂ ਰੱਖ ਦਿੱਤੇ ਹਨ। ਧਿਆਨ ਦੇ ਨਾਲ ਇਹਨੂੰ ਪੜ੍ਹਿਓ ਤੇ ਧਿਆਨ ਦੇ ਨਾਲ ਸੁਣਿਓ। ਇਸ ਤੋਂ ਅੱਗੇ ਰਾਜਨੀਤੀ ਦੇ ਗ੍ਰੰਥ ਦਾ ਪ੍ਰਾਰੰਭ ਹੁੰਦਾ ਹੈ। ਇਸ ਦਾ ਸਿਰਲੇਖ ਹੈ, ਬੁਰੇ ਮਨੁੱਖ
ਅਤੇ ਇਸਤਰੀ ਆਦਿਕ ਦੇ ਤਿਆਗ ਬਾਰੇ ਕਥਨ ਕਰਦੇ ਨੇ। ਦੋਹਰਾ ਤਜੋ ਕੁਪੁੱਤਰ ਕੋ ਭਾਰ ਜਾ। ਹੇ ਭਾਈ, ਜਿਹੜਾ ਕਪੁੱਤਰ ਖੋਟਾ ਪੁੱਤਰ ਹੋਵੇ ਅਤੇ ਕੁਭਾਰਜਾ ਖੋਟੀ ਇਸਤਰੀ ਹੋਵੇ, ਇਹਨੂੰ ਤਜੋ, ਜਲਦੀ ਛੱਡ ਦਿਓ। ਉਹਦੇ ਵਿੱਚ ਹੀ ਤੁਹਾਨੂੰ ਸੁੱਖ ਹੈ, ਨਹੀਂ ਤਾਂ ਤੁਸੀਂ ਦੁਖੀ ਰਹੋਗੇ। ਤਜੋ ਕੋ ਮਿੱਤਰ ਕੋ ਦੇਸ। ਜਾਂ ਪੱਕਾ ਤਿਆਗ ਕਰਨ ਦੀ ਬਜਾਏ ਖੋਟਾ ਪੁੱਤਰ ਤੇ ਖੋਟੀ ਇਸਤਰੀ ਦੀ ਕੁਸੰਗਤ ਕਰਨੀ ਤਿਆਗ ਦਿਓ। ਫਿਰ ਕੋ ਮਿੱਤਰ ਖੋਟਾ ਮਿੱਤਰ ਅਤੇ ਕੁਦੇਸ ਖੋਟੇ ਦੇਸ਼ ਨੂੰ ਵੀ ਤਜੋ ਛੱਡ ਦੇਣਾ ਕਰੋ। ਤਜੋ ਹੋ ਕੁਰਾਜ, ਖੋਟਾ ਰਾਜ ਵੀ ਛੱਡ ਦੇਣਾ ਕਰੋ। ਕੋ ਮੰਤਰ ਤਾਜ, ਖੋਟਾ ਮੰਤਰੀ ਯਾਨੀ ਖੋਟਾ ਸਲਾਹਕਾਰ ਵੀ ਛੱਡ ਦੇਣਾ ਕਰੋ। ਭਾਵ ਇਹਨਾਂ ਦਾ ਸੰਗ ਨਾ ਕਰੋ। ਯਹ ਸਾਚੋ ਉਪਦੇਸ਼, ਇਹੀ ਰਾਜਨੀਤੀ ਦੀ ਸੱਚੀ ਸਿੱਖਿਆ ਹੈ। ਅਰਥਾਤ ਇਸ ਸ਼ਲੋਕ ਵਿੱਚ ਚਾਣਕਿਆ ਰਿਖੀ ਜੀ ਬੁਰਿਆਂ ਦੇ ਸੰਗ ਨੂੰ ਤਿਆਗਣ ਦੀ ਸਿੱਖਿਆ ਦੇ ਰਹੇ ਨੇ ਕਿ ਖੋਟਾ ਪੁੱਤਰ ਖੋਟੇ ਕਰਮਾਂ ਦੇ ਕਰਨ ਕਰਕੇ ਜਿਉਂਦਿਆਂ ਹੀ ਮਾਪਿਆਂ ਨੂੰ ਨਰਕਾਂ 'ਚ ਪਾ ਕੇ ਸਾਰੀ ਕੁਲ ਨੂੰ ਕਲੰਕਿਤ ਕਰ ਦਿੰਦਾ ਹੈ। ਘਰ ਦੇ ਧਨ ਪਦਾਰਥਾਂ ਦਾ ਨਾਸ਼ ਕਰਦਾ ਹੈ। ਕਈ ਅਜਿਹੇ ਵੀ ਹੁੰਦੇ ਨੇ ਜੋ ਆਪਣੇ ਮਾਪਿਆਂ ਨੂੰ ਕਲੇਸ਼ ਵਿੱਚ ਪਾ ਕੇ ਆਪ ਅਜਿਹੇ ਕੁਕਰਮ, ਜੂਏਬਾਜੀ, ਚੋਰੀ, ਵਿਭਚਾਰ ਵਰਗੇ ਖੋਟੇ ਕਰਮ ਕਰਦੇ ਨੇ, ਜਿਸ ਕਰਕੇ ਮਾਂ ਬਾਪ ਨੂੰ ਥਾਂ ਥਾਂ ਤੋਂ ਅਨਾਦਰ ਸਹਿਣਾ ਪੈਂਦਾ ਤੇ ਬੜਾ ਮੋਟਾ ਪੈਸਾ ਰੋੜਨਾ ਪੈਂਦਾ। ਥਾਣੇਦਾਰ ਨੂੰ ਦਿਓ, ਜਿਨ੍ਹਾਂ ਲੋਕਾਂ ਦਾ ਦੋਸ਼ ਹੋਇਆ ਉਹਨਾਂ ਨੂੰ ਦਿਓ, ਵਕੀਲ ਨੂੰ ਦਿਓ, ਜੱਜ ਨੂੰ ਦਿਓ। ਇਸ ਲਈ ਅਜਿਹੇ ਪੁੱਤਰ ਦਾ ਤਿਆਗ ਹੀ ਠੀਕ ਹੈ। ਸ਼ਾਸਤਰਕਾਰਾਂ ਨੇ ਤਾਂ ਅਜਿਹੇ ਪੁੱਤਰ ਨਾਲੋਂ ਪੁੱਤਰ ਨਾ ਹੋਣਾ ਹੀ ਚੰਗਾ ਮੰਨਿਆ ਹੋਇਆ ਹੈ। ਇਸੇ ਪ੍ਰਕਾਰ ਜੋ ਖੋਟੇ ਲੱਛਣਾਂ ਵਾਲੀ ਇਸਤਰੀ ਹੈ, ਇਹਦੇ ਤੋਂ ਕਦੇ ਵੀ ਇਨਸਾਨ ਨੂੰ ਸੁੱਖ ਪ੍ਰਾਪਤ ਨਹੀਂ ਹੋ ਸਕਦਾ। ਜੋ ਆਪਣੀ ਕੁਲ ਦੀ ਸ਼ਰਮ ਲਾ ਕੇ ਨਸੰਗ ਹੋ ਕੇ ਖੋਟੇ ਕਰਮ ਕਰਦੀ ਹੈ, ਉਹ ਜਿਉਂਦੇ ਹੀ ਆਪਣੇ ਪਤੀ ਨੂੰ ਨਰਕ ਵਿੱਚ ਸੁੱਟਦੀ ਹੈ। ਇਸ ਲਈ ਐਸੀ ਵਿਭਚਾਰਨ ਇਸਤਰੀ ਦਾ ਤਿਆਗ ਹੀ ਠੀਕ ਹੈ। ਫਿਰ ਖੋਟੇ ਮਿੱਤਰ ਤੋਂ ਵੀ ਕਦੇ ਕੋਈ ਲਾਭ ਪ੍ਰਾਪਤ ਨਹੀਂ ਹੁੰਦਾ ਦੇਖਿਆ, ਉਹ ਸਦਾ ਭੈੜੀ ਸਲਾਹ ਹੀ ਦੇਵੇਗਾ। ਇਸ ਲਈ ਖੋਟੇ ਮਿੱਤਰ ਦਾ ਵੀ ਤਿਆਗ ਕਰਨਾ ਹੀ ਠੀਕ ਹੈ। ਖੋਟੇ ਦੇਸ਼ ਭਾਵ ਜਿਸ ਦੇਸ਼ ਵਿੱਚ ਸਨਮਾਨ ਨਾ ਮਿਲਦਾ ਹੋਵੇ ਜਾਂ ਜਿਸ ਦੇਸ਼ ਵਿੱਚ ਸਦਾ ਲੜਾਈ ਝਗੜਾ ਹੀ ਰਹਿੰਦਾ ਹੋਵੇ, ਐਸੇ ਦੇਸ਼ ਨੂੰ ਵੀ ਤਿਆਗਣ ਦੇ ਵਿੱਚ ਹੀ ਭਲਾ ਹੈ। ਫਿਰ ਖੋਟਾ ਰਾਜਾ ਵੀ ਤਿਆਗਣਾ ਠੀਕ ਹੈ, ਕਿਉਂਕਿ ਐਸੇ ਅਨਿਆਈ ਰਾਜੇ ਦੇ ਰਾਜ ਵਿੱਚ ਕੋਈ ਪੁਰਖ ਸੁੱਖ ਨਹੀਂ ਪਾ ਸਕਦਾ, ਸਗੋਂ ਚਿੰਤਾ ਵਿੱਚ ਜ਼ਿੰਦਗੀ ਗੁਜ਼ਰਦੀ ਹੈ। ਖੋਟਾ ਮੰਤਰੀ ਜੋ ਖੋਟਾ ਵਜ਼ੀਰ ਹੈ, ਉਹ ਵੀ ਤਿਆਗਣ ਦੇ ਯੋਗ ਹੈ। ਕਿਉਂਕਿ ਐਸਾ ਵਜ਼ੀਰ ਕਦੇ ਨੇਕ ਸਲਾਹ ਨਹੀਂ ਦੇ ਸਕਦਾ। ਇਹ ਜਿਹੜੇ ਚਾਣਕਿਆ ਰਿਖੀ ਨੇ ਬੁਰੇ ਮਨੁੱਖਾਂ ਬਾਰੇ ਕਿਹਾ ਹੈ, ਉਹਨਾਂ ਦਾ ਤਿਆਗ ਕਰਨਾ ਬਿਲਕੁਲ ਸੁਖਮਈ ਹੈ, ਸਹੀ ਹੈ। ਅੱਗੇ ਹੋਰ ਇਹਨਾਂ ਚੀਜ਼ਾਂ ਦੀ ਵਿਆਖਿਆ ਕਰਦੇ ਨੇ। ਪੁੱਤਰ ਕੁਪੁੱਤਰ ਕੋ ਨਾਰ ਤਰਿਆ। ਹੇ ਭਾਈ, ਕਿਸੇ ਦਾ ਪੁੱਤਰ ਮਾੜੀ ਸੰਗਤ ਦੀ ਅਸਰ ਕਾਰਨ ਖੋਟਾ ਪੁੱਤਰ ਬਣ ਜਾਏ। ਪੁੱਤਰਾਂ ਨੂੰ ਵਿਦਵਾਨਾਂ ਨੇ 3 ਪ੍ਰਕਾਰ ਕਰਕੇ ਕਥਨ ਕੀਤਾ। ਇੱਕ ਹੁੰਦਾ ਕਪੁੱਤਰ, ਜਿਹਦਾ ਤਿਆਗ ਕਰਨਾ ਗਿਆ। ਦੂਜਾ ਹੁੰਦਾ ਹੈ ਪੁੱਤਰ, ਤੀਜਾ ਹੁੰਦਾ ਹੈ ਸਪੁੱਤਰ। ਕੁਪੁੱਤਰ ਉਹ ਹੈ ਜੋ ਆਪਣੇ ਪਿਤਾ ਦਾਦੇ ਦੀ ਜ਼ਮੀਨ ਜਾਇਦਾਦ, ਧਨ ਦੌਲਤ ਆਦਿਕ ਵਿਰਾਸਤ ਨੂੰ ਪੈੜੀ ਸੰਗਤ 'ਚ ਬੈਠ ਕੇ, ਸ਼ਰਾਬ ਪੀ ਕੇ, ਜੂਆ ਖੇਡ ਕੇ, ਨਸ਼ਾਖੋਰੀ ਆਦਿਕ ਮੰਦੇ ਕਰਮਾਂ 'ਚ ਬਰਬਾਦ ਕਰ ਦਿੰਦਾ ਔਰ ਆਪਣੇ ਖਾਨਦਾਨ ਦਾ ਨਾਮ ਮਿੱਟੀ 'ਚ ਮਿਲਾ ਦਿੰਦਾ। ਉਹਨੂੰ ਕੁਪੁੱਤਰ ਯਾਨੀ ਨਲਾਇਕ ਬੱਚਾ ਗਿਆ ਹੈ। ਪੁੱਤਰ ਉਹ ਹੁੰਦਾ ਹੈ ਜੋ ਆਪਣੇ ਪਿਓ ਦਾਦੇ ਦੀ ਜ਼ਮੀਨ ਜਾਇਦਾਦ ਨੂੰ ਸਾਂਭ ਕੇ ਰੱਖਦਾ ਤਾਂ ਹੈ, ਨਾ ਵਧਾਉਂਦਾ ਤੇ ਨਾ ਹੀ ਘਟਾਉਂਦਾ। ਸਾਂਭ ਕੇ ਜ਼ਰੂਰ ਰੱਖਦਾ, ਉਹਨੂੰ ਪੁੱਤਰ ਆਖਦੇ ਨੇ।
ਸਪੁੱਤਰ ਉਸ ਦਾ ਨਾਮ ਹੈ ਜੋ ਵਿਰਸੇ 'ਚ ਮਿਲੇ ਹੋਏ ਧਨ ਪਦਾਰਥ ਜ਼ਮੀਨ ਜਾਇਦਾਦ ਨੂੰ ਸੰਭਾਲ ਕੇ ਵੀ ਰੱਖਦਾ ਅਤੇ 4 ਗੁਣਾ ਹੋਰ ਵੀ ਵਾਧਾ ਕਰਦਾ ਹੈ। ਫਿਰ ਆਪਣੇ ਖਾਨਦਾਨ ਦੇ ਨਾਮ ਨੂੰ ਦੁਨੀਆ ਵਿੱਚ ਪ੍ਰਸਿੱਧ ਕਰਦਾ, ਉਸ ਨੂੰ ਸਪੁੱਤਰ ਆਖਦੇ ਨੇ। ਸੋ ਕਿਸੇ ਦਾ ਪੁੱਤਰ ਮਾੜੀ ਸੰਗਤ ਦੇ ਅਸਰ ਕਾਰਨ ਖੋਟਾ ਪੁੱਤਰ ਬਣ ਜਾਏ ਅਤੇ ਕੁਨਾਰ ਤਰੀਆ, ਕਿਸੇ ਦੀ ਤਰੀਆ ਘਰ ਵਾਲੀ ਇਸਤਰੀ ਖੋਟੀ ਵਿਭਚਾਰਨ ਇਸਤਰੀ ਬਣ ਜਾਏ। ਮਿੱਤਰ ਕੋ ਦੇਸ਼, ਕਿਸੇ ਦਾ ਮਿੱਤਰ ਕੋ ਮਿੱਤਰ ਖੋਟਾ ਦੋਸਤ ਹੋ ਜਾਏ ਤੇ ਦੇਸ਼ ਵੀ ਖੋਟਾ ਹੋਵੇ। ਭੂਪ ਕਭੂਪ, ਕਿਸੇ ਦੇ ਦੇਸ਼ ਦਾ ਜੋ ਰਾਜਾ ਉਹ ਵੀ ਖੋਟਾ ਰਾਜਾ ਹੋ ਜਾਏ। ਕੋ ਮੰਤਰੀਆ, ਫਿਰ ਮੰਤਰੀ ਵਜ਼ੀਰ ਵੀ ਖੋਟਾ ਹੋਵੇ। ਇਹ ਖਟ ਮਹਾ ਕਲੇਸ਼, ਤਦ ਇਸ 6 ਬਹੁਤ ਵੱਡੇ ਕਲੇਸ਼ ਦੁੱਖ ਦਾ ਕਾਰਨ ਬਣ ਜਾਂਦੇ ਨੇ। ਅਰਥਾਤ ਕਿਸੇ ਦਾ ਪੁੱਤਰ ਆਗਿਆਕਾਰੀ ਨਾ ਹੋਵੇ, ਇਸਤਰੀ ਵਿਭਚਾਰਨ ਤੇ ਆਗਿਆ ਮੰਨਣ ਤੋਂ ਇਨਕਾਰ ਕਰਦੀ ਹੋਵੇ, ਦੋਸਤ ਮਿੱਤਰਤਾ ਦੇ ਨਾਂ ਤੇ ਕਲੰਕ ਹੋਣ, ਫਿਰ ਜਿਸ ਦੇਸ਼ ਵਿੱਚ ਕਲੇਸ਼ ਕਾਰਨ ਮਨ ਦੀ ਸ਼ਾਂਤੀ ਭੰਗ ਹੁੰਦੀ ਹੋਵੇ, ਰਾਜਾ ਵੀ ਘੁਨਿਆ ਕਰਨ ਲੱਗ ਪਵੇ ਅਤੇ ਸਲਾਹਕਾਰ ਵਜ਼ੀਰ ਵੀ ਚੰਗੀ ਨੇਕ ਸਲਾਹ ਨਾ ਦੇਣ, ਤਦ ਇਹ ਉਸ ਮਨੁੱਖ ਦੀ ਜ਼ਿੰਦਗੀ ਵਿੱਚ ਬਹੁਤ ਹੀ ਦੁਖਦਾਈ ਬਣ ਜਾਂਦੇ ਨੇ ਅਤੇ ਸੁੱਖ ਦੀ ਕੋਈ ਆਸ ਨਹੀਂ ਰਹਿੰਦੀ। ਪਿੰਡ ਕਪੁੱਤਰ ਕੁਨਾਰ ਹਿਤ, ਕਪੁੱਤਰ ਖੋਟੇ ਪੁੱਤਰ ਅਤੇ ਕੁਨਾਰ ਖੋਟੀ ਇਸਤਰੀ ਦੇ ਪਿੰਡ ਸਰੀਰ ਦੇ ਨਾਲ, ਪਿੰਡਾ ਸਰੀਰ ਨਾਲ ਹਿਤ ਜੋ ਪ੍ਰੇਮ ਕਰਨਾ ਹੈ, ਜਾਂ ਖੋਟੇ ਪੁੱਤਰ ਅਤੇ ਖੋਟੀ ਇਸਤਰੀ ਦੇ ਹਿਤ ਵਾਸਤੇ ਭਾਵ ਉਹਨਾਂ ਤੋਂ ਆਪਣੇ ਆਪ ਨੂੰ ਬਚਾਉਣ ਲਈ ਪਿੰਡ ਹੀ ਛੱਡ ਦਿਓ, ਉਹ ਸ਼ਹਿਰ ਹੀ ਛੱਡ ਦਿਓ, ਗਲੀ ਛੱਡ ਦਿਓ, ਉਹ ਮਕਾਨ ਹੀ ਛੱਡ ਦਿਓ, ਰਾਹ ਹੀ ਛੱਡ ਦਿਓ। ਜਾਂ ਕੋ ਮਿੱਤਰ ਖੋਟੇ ਮਿੱਤਰ ਦੇ ਕੁਦੇਸ਼, ਖੋਟੇ ਦੇਸ਼ ਦੇ ਸੁੱਖ ਨੂੰ ਵੀ ਤਿਆਗ ਦਿਓ। ਸੁੱਖ ਕੋ ਮਿੱਤਰ ਕੋ ਦੇਸ਼, ਖੋਟੇ ਮਿੱਤਰ ਦੇ ਖੋਟੇ ਦੇਸ਼ ਦੇ ਸੁੱਖ ਨੂੰ ਵੀ ਤਿਆਗ ਦਿਓ। ਜਾਂ ਪਿੰਡ ਸਰੀਰ ਦੇ ਸੁੱਖ ਵਾਸਤੇ ਇਹਨਾਂ 4 ਦਾ ਹੀ ਤਿਆਗ ਕਰ ਦਿਓ। ਕਪੁੱਤਰ ਦਾ, ਕੁਨਾਰ ਦਾ, ਕੁਮਿੱਤਰ ਦਾ ਤੇ ਕੁਦੇਸ਼ ਦਾ, ਆਪਦੇ ਪਿੰਡ ਸਰੀਰ ਦੇ ਸੁੱਖ ਵਾਸਤੇ। ਅਪੈ ਕੋ ਰਾਜ ਕੋ ਮੰਤਰ ਹਿਤ, ਅਪੈ ਨਿਰਭੈਤਾ ਦੇ ਸਹਿਤ ਭਾਵ ਅਨਿਆਂ ਕਰਨ ਵਾਲੇ, ਕੁਰਾਜ ਖੋਟੇ ਰਾਜੇ ਅਤੇ ਕੁਮੰਤਰ ਖੋਟੇ ਮੰਤਰੀ ਦੇ ਹਿਤ ਪ੍ਰੇਮ ਨੂੰ ਵੀ ਤਿਆਗ ਨਾ ਕਰੋ। ਮਤਲਬ ਪ੍ਰੇਮ ਪਾ ਕੇ ਵੀ ਬੰਦਾ ਮਾਰਦੇ ਨੇ। ਜਾਂ ਅਪੈ ਨਿਰਭੈ ਹੋਣ ਦੇ ਹਿਤ ਵਾਸਤੇ ਖੋਟੇ ਰਾਜੇ, ਖੋਟੇ ਮੰਤਰੀ ਅਤੇ ਤਜੀਓ ਦੇਸ਼ ਕਲੇਸ਼, ਝਗੜੇ ਵਾਲੇ ਦੇਸ਼ ਨੂੰ ਤਿਆਗ ਦਿਆ ਕਰੋ। ਦੁਸ਼ਟ ਨਾਰ ਕੇ ਮੋਲ ਤੇ, ਹੇ ਭਾਈ ਦੁਸ਼ਟ ਖੋਟੀ ਵਿਭਚਾਰੀ ਇਸਤਰੀ ਦੇ ਕੌੜੇ ਵਿਸ਼ਿਆਂ ਵਾਲੇ ਵਾਕਾਂ ਕਰਕੇ ਅਰ 60 ਕੋ ਸਿੱਖਿਆ ਦੇ, ਕਿਸੇ ਮੂਰਖ ਮਨੁੱਖ ਨੂੰ ਸਿੱਖਿਆ ਦੇਣ ਕਰਕੇ ਭਾਵ ਚੰਗੀ ਗੱਲ ਦੱਸਦਿਆਂ ਨਿੰਦਕ ਕੀ ਸੰਗਤ ਕੀਏ, ਫਿਰ ਨਿੰਦਕ ਅਪਕੀਰਤੀ ਕਰਨ ਵਾਲੇ ਮਨੁੱਖ ਦੀ ਸੰਗਤ ਕਰਨ ਤੋਂ ਪੰਡਿਤ ਵੀ ਦੁੱਖ ਲੈ, ਵਿਦਵਾਨ ਚਤੁਰ ਪੁਰਖ ਵੀ ਦੁੱਖ ਹੀ ਪ੍ਰਾਪਤ ਕਰਦਾ। ਭਾਵ ਬੁਰੀ ਸੰਗਤ ਬੁਰੇ ਕੰਮਾਂ ਦਾ ਬੁਰਾ ਹੀ ਫਲ ਪ੍ਰਾਪਤ ਹੁੰਦਾ, ਭਾਵੇਂ ਪੰਡਿਤ ਵੀ ਕਿਉਂ ਨਾ ਹੋਵੇ। ਜੇ ਨਿੰਦਕ ਦੀ ਸੰਗਤ ਕਰੂਗਾ ਤਾਂ ਦੁਖੀ ਹੋਊਗਾ, ਜੇ ਮੂਰਖ ਨੂੰ ਸਮਝਾਊਗਾ ਉਹ ਅੱਗੋਂ ਸਿਰ ਪਾੜਨ ਨੂੰ ਪਊਗਾ। ਜਿਹੜੀ ਦੁਸ਼ਟ ਇਸਤਰੀ ਹੈ ਉਹਦੇ ਕੌੜੇ ਵਿਸ਼ਿਆਂ ਦੇ ਬਚਨਾਂ ਕਰਕੇ ਵੀ ਦੁਖੀ ਹੋਊਗਾ। ਜਿੰਨਾ ਮਰਜ਼ੀ ਕੋਈ ਪੰਡਿਤ ਸਿਆਣਾ ਹੈ, ਜਿਹਨੂੰ ਕਿਸੇ ਦੀ ਇੱਜ਼ਤ ਹੀ ਨਹੀਂ ਹੈ ਤਾਂ ਫਿਰ ਪੰਡਿਤ ਉੱਥੇ ਕੀ ਕਰੂਗਾ, ਦੁਖੀ ਤਾਂ ਹੋਊਗਾ ਹੀ। ਦੁਸ਼ਟ ਨਾਰ 60 ਮਿੱਤਰ, ਹੇ ਭਾਈ ਜਿਸ ਦੇ ਘਰ ਵਿੱਚ ਦੁਸ਼ਟ ਖੋਟੀ ਵਿਭਚਾਰੀ ਇਸਤਰੀ ਹੈ, 60 ਮਿੱਤਰ ਦੋਸਤ ਵੀ ਮੂਰਖੀ ਨੇ, ਅਰ ਸੇਵਕ ਉੱਤਰ ਦੇ, ਅਰ ਜਿਸ ਦਾ ਨੌਕਰ ਵੀ ਜਿਹੜਾ ਪੈਸੇ ਲੈ ਕੇ ਕੰਮ ਕਰਨ ਵਾਲਾ
ਜਦ ਅੱਗੋਂ ਕੋਈ ਕੰਮ ਕਹੀਦਾ ਝੱਟ ਹੀ ਜਵਾਬ ਦੇ ਦਿੰਦਾ ਹੈ। ਸਰਪ ਵਸੈ ਜੇ ਘਰ ਵਿਖੈ, ਫਿਰ ਜਿਸ ਦੇ ਘਰ ਦੇ ਵਿੱਚ ਸੱਪ ਵਸਦਾ ਭਾਵ ਰਹਿੰਦਾ ਹੈ, ਇੱਕ ਦਿਨ ਮ੍ਰਿਤ ਕਰੇ ਤਾਂ ਸਮਝ ਲਓ ਇਹ ਇੱਕ ਨਾ ਇੱਕ ਦਿਨ ਜ਼ਰੂਰ ਮੌਤ ਦੇ ਘਾਟ ਉਤਾਰ ਦੇਣਗੇ। ਅਰਥਾਤ ਘਰ ਵਿੱਚ ਖੋਟੀ ਜਨਾਨੀ, ਮੂਰਖ ਮਿੱਤਰ ਹੋਣ ਤੇ ਸੇਵਕ ਵੀ ਕੰਮਕਾਰ ਵੱਲੋਂ ਜਵਾਬ ਦੇਣ ਤਾਂ ਇਹ ਘਰ 'ਚ ਵਸਦੇ ਸੱਪ ਦੀ ਤਰ੍ਹਾਂ ਨੇ, ਜੋ ਇੱਕ ਨਾ ਇੱਕ ਦਿਨ ਜ਼ਰੂਰ ਮਾਰ ਦੇਣਗੇ। ਭਾਵ ਮੌਕਾ ਆਏ ਤੋਂ ਇਹ ਮੌਕਾ ਹੱਥੋਂ ਨਹੀਂ ਗਵਾਉਣਗੇ। ਇਹਨਾਂ ਤੋਂ ਕਦੇ ਵੀ ਸੁੱਖ ਪ੍ਰਾਪਤ ਨਹੀਂ ਹੁੰਦਾ ਵੇਖਿਆ, ਸਗੋਂ ਹਰ ਵੇਲੇ ਚਿੰਤਾ ਤੇ ਡਰ ਬਣਿਆ ਰਹਿੰਦਾ ਹੈ ਤੇ ਚਿੰਤਾ ਨੂੰ ਚਿਖਾ ਸਮਾਨ ਕਿਹਾ ਜਾਂਦਾ। ਇਸ ਲਈ ਸੁੱਖ ਦੇ ਤਾਂ ਦੁੱਖ ਹੀ ਮਿਲਦਾ ਤੇ ਕਿੰਨਾ ਚੰਗਾ ਹੋਵੇ ਇਹਨਾਂ ਦਾ ਤਿਆਗ ਹੀ ਕਰ ਦੇਵੇ ਇਨਸਾਨ। ਨਾਰ ਹੋਏ ਪਰ ਪੁਰਖ ਰਤ, ਹੇ ਭਾਈ ਜੇਕਰ ਕਿਸੇ ਦੀ ਘਰ ਵਾਲੀ ਇਸਤਰੀ ਦੀ ਕਿਸੇ ਪਰਾਏ ਪੁਰਖ ਦੇ ਨਾਲ ਪ੍ਰੀਤੀ ਹੋ ਜਾਵੇ, ਭਾਵ ਪਤਿਵਰਤਾ ਧਰਮ ਤੋਂ ਉਲਟ ਵਿਭਚਾਰਨ ਬਣ ਜਾਵੇ ਅਤੇ ਦੁਸ਼ਟ ਵਸੈ ਘਰ ਮਾਹੇ, ਘਰ ਦੇ ਵਿੱਚ ਕੋਈ ਭੈੜੇ ਸੁਭਾਅ ਵਾਲਾ ਖੋਟਾ ਪੁਰਸ਼ ਵਸਦਾ ਹੋਵੇ ਜਾਂ ਪਰਾਏ ਪੁਰਖਾਂ ਨਾਲ ਪ੍ਰੀਤੀ ਕਰਨ ਵਾਲੀ ਉਹ ਔਰਤ ਨਹੀਂ ਬਲਕਿ ਘਰ ਦੇ ਵਿੱਚ ਇੱਕ ਦੁਸ਼ਟ ਵਸ ਰਹੀ ਹੈ, ਵੀ ਦੁਸ਼ਟ ਬਣ ਗਈ। ਨਦੀ ਤੀਰ ਕੇ ਖੇਤ ਜਿਉ, ਨਦੀ ਦੇ ਕਿਨਾਰੇ ਦੇ ਪਾਸ ਵਾਲੇ ਖੇਤ ਵਾਂਗ ਕਛੂ ਭਰੋਸੋ ਨਾ ਹੈ। ਇਹਨਾਂ ਉੱਪਰ ਕੁਝ ਵੀ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਭਾਵ ਜਿਵੇਂ ਨਦੀ ਦੇ ਕਿਨਾਰੇ ਤੇ ਉੱਗੇ ਖੇਤ ਦਾ ਕੋਈ ਭਰੋਸਾ ਨਹੀਂ ਹੁੰਦਾ, ਕਿਉਂਕਿ ਪਤਾ ਨਹੀਂ ਖਬਰਿਆ ਕਿਸ ਵੇਲੇ ਢਾਲ ਲਾ ਕੇ ਖੇਤ ਰੋੜੀ ਜਾਵੇ। ਜਿਵੇਂ ਸ੍ਰੀ ਗੋਇੰਦਵਾਲ ਸਾਹਿਬ ਬਿਆਸ ਦਰਿਆ ਦੇ ਕਿਨਾਰੇ ਮੰਡ ਦਾ ਇਲਾਕਾ ਹੈ, ਕੋਈ ਹੈ ਭਰੋਸਾ? ਤਿਵੇਂ ਹੀ ਦੂਸਰੇ ਮਨੁੱਖ ਨੂੰ ਪ੍ਰੀਤੀ ਕਰਨ ਵਾਲੀ ਵਿਭਚਾਰਨੀ ਇਸਤਰੀ ਅਤੇ ਖੋਟੇ ਪੁਰਖਾਂ ਦਾ ਕੋਈ ਭਰੋਸਾ ਨਹੀਂ ਹੈ ਕਿ ਖਬਰੇ ਆਪਣੇ ਮਤਲਬ ਵਾਸਤੇ ਕਦੋਂ ਕੋਈ ਦਾ ਮਾਰ ਜਾਣ। ਇਹਨਾਂ ਤੋਂ ਆਪਣੀ ਜਾਨ ਦਾ ਡਰ ਬਣਿਆ ਰਹਿੰਦਾ, ਇਸ ਲਈ ਇਹਨਾਂ ਤੋਂ ਇਨਸਾਨ ਨੂੰ ਹਮੇਸ਼ਾ ਸੁਚੇਤ ਰਹਿਣਾ ਚਾਹੀਦਾ। ਲੱਗਦੀ ਵਾਏ ਇਹਨਾਂ ਦੀ ਸੰਗਤ ਨਾ ਕਰੇ, ਹੋ ਸਕੇ ਤਾਂ ਇਹਨਾਂ ਦਾ ਪੱਕਾ ਹੀ ਤਿਆਗ ਕਰ ਦੇਵੇ। ਧਨ ਰਾਖੈ ਆਪਦਾ ਅਰਥ, ਕਈਆਂ ਦਾ ਸੁਭਾਅ ਕੀ ਹੁੰਦਾ, ਮੇਰੇ ਵਰਗਿਆਂ ਦੀ 1-1 ਲੱਖ 1.5 ਲੱਖ ਰੁਪਈਆ ਮਹੀਨੇ ਦੀ ਤਨਖਾਹ ਹੋਏਗੀ ਤੇ ਕਰਜ਼ਾ ਲੈ ਲੈਣਗੇ ਮਾਂ ਵਾਲਾ ਕਰੋੜਾਂ ਦਾ, 10-10 20-20 ਲੱਖ ਦਾ। ਜਾਂ ਤਨਖਾਹ ਹੋਏਗੀ 4000 ਤੇ 5000, ਕਰਜ਼ਾ ਲੈ ਲੈਣਗੇ 5 ਲੱਖ ਦਾ ਤੇ ਖਰਚੇ ਕਰ ਲੈਣਗੇ ਹਜ਼ਾਰਾਂ ਹੀ। ਮੋਟੀਆਂ ਤਨਖਾਹਾਂ ਕਿਸ ਕੰਮ, ਕੰਮ ਕੀਤਾ ਕਿਸ ਕੰਮ, ਦਿਨੇ ਵੀ ਚੈਨ ਨਹੀਂ ਰਾਤ ਵੀ ਨਹੀਂ। ਜਦੋਂ ਲੋੜ ਪੈਣੀ ਲਿਆਓ ਜੀ ਪੈਸੇ ਦੇ ਦਿਓ ਜੀ, ਬਿਜਲੀ ਦਾ ਬਿੱਲ ਤਾਰਨਾ ਜੀ, ਮਾਂ ਕਹਿੰਦੀ ਆਟਾ ਮੁੱਕ ਗਿਆ ਜੀ, ਘਰ ਵਾਲੀ ਕਹਿੰਦੀ ਆ ਤੇਲ ਮੁੱਕ ਗਿਆ ਜੀ, ਸਾਨੂੰ ਪੈਸੇ ਦੇ ਦਿਓ। ਲਾਹਨਤ ਇਹੋ ਜਿਹੇ ਕੰਮ ਨੂੰ, ਫਿਰ ਤੇ ਬੰਦਾ ਵਿਹਲਾ ਹੀ ਚੰਗਾ। ਜੇ ਕੰਮ ਕਰਦਿਆਂ ਹੁੰਦਿਆਂ ਸੁਣਦਿਆਂ ਭੁੱਖੇ ਮਰਨਾ ਤੇ ਮੰਗ ਕੇ ਗੁਜ਼ਾਰਾ ਕਰਨਾ, ਇਹਦੇ ਨੂੰ ਬੰਦਾ ਵਿਹਲਾ ਹੀ ਚੰਗਾ। ਕੰਮ ਕਰਨ ਦਾ ਫਾਇਦਾ ਕੀ ਹੋਇਆ ਜੇ ਆਪਦੀ ਬੋਝੀ 'ਚ ਜੇਬ ਦਾ ਖਰਚਾ ਹੀ ਨਹੀਂ ਰੱਖਿਆ। ਕੋਈ ਘਰ ਵਾਸਤੇ, ਕੋਈ ਬਿਮਾਰੀ ਸ਼ਮਾਰੀ ਲਈ, ਕੋਈ ਬਿਪਤਾ ਵੇਲੇ, ਕੋਈ ਲੋੜ ਵੇਲੇ ਜੇ ਪੈਸਾ ਕੰਮ ਨਹੀਂ ਆਇਆ, ਫਿਰ ਇਹਦੇ ਨਾਲੋਂ ਬੰਦਾ ਨਿਕੰਮਾ ਹੀ ਚੰਗਾ। ਇਸ ਲਈ ਸਿਆਣਿਆਂ ਦਾ ਕਹਿਣਾ ਹੈ ਕਿ ਧਨ ਰਾਖੈ ਆਪਦਾ ਅਰਥ। ਜੇ ਤੁਸੀਂ ਕਮਾਉਂਦੇ ਹੋ ਤਾਂ ਕੁਛ ਧਨ ਦੌਲਤ ਨੂੰ ਆਪਦੀ ਬੈਂਕ ਦੇ ਵਿੱਚ, ਆਪਦੀ ਗੁਥਲੀ 'ਚ, ਆਪਦੇ ਟਰੰਕ 'ਚ ਸਾਂਭ ਕੇ ਰੱਖੋ। ਕਿਸੇ ਵੇਲੇ ਵੀ ਵਿਪਤਾ ਆ ਸਕਦੀ ਹੈ, ਰੱਬ ਨਾ ਕਰੇ ਵਿਪਤਾ ਦੇ ਸਮੇਂ ਉਹ ਵਰਤੋਂ ਦੇ ਯੋਗ ਤਾਂ ਹੋਵੇ, ਵਰਤਨ ਦੇ ਵਾਸਤੇ ਇਕੱਤਰ ਕਰਕੇ ਜ਼ਰੂਰ ਰੱਖੋ। ਧਨ ਕਰ ਰਾਖੈ ਨਾਰ, ਅਤੇ ਧਨ ਕਰਕੇ ਇਸਤਰੀ ਦੀ ਰੱਖਿਆ ਕਰੋ। ਸਾਦੀ ਆਪਣੀ ਰੱਛਾ ਕਰੈ ਧਨ, ਅਤੇ ਧਨ ਨਾਰੀ ਹਿਤਕਾਰ, ਹਿਤ ਪ੍ਰੇਮ ਕਰਨ ਵਾਲੀ ਇਸਤਰੀ ਨਾਲੋਂ ਸਦਾ ਆਪ ਦੀ ਰੱਖਿਆ ਕਰੇ, ਕਰਨਾ ਕਰੇ। ਅਰਥਾਤ ਗ੍ਰਸਤੀ ਪੁਰਖ ਨੂੰ ਖਰਚ ਤੋਂ ਬਚਾ ਕੇ ਥੋੜਾ ਬਹੁਤਾ ਧਨ ਜ਼ਰੂਰ ਇਕੱਤਰ ਕਰਨਾ ਚਾਹੀਦਾ। ਸਿਆਣਪ ਹੈ ਜੋ ਕਿਸੇ ਵਿਪਤਾ ਦੇ ਸਮੇਂ ਕੰਮ ਆ ਸਕੇ। ਫਿਰ ਧਨ ਦੇ ਨਾਲੋਂ ਜ਼ਿਆਦਾ ਆਪਣੀ ਇਸਤਰੀ ਤੇ ਪਰਿਵਾਰ ਆਦਿਕ ਦੀ ਰੱਖਿਆ ਕਰਨੀ ਚਾਹੀਦੀ ਹੈ। ਧਨ ਗਿਆ ਤਾਂ ਜਾਣ ਦੇ। ਮਹਾਰਾਜ ਨੇ ਇਹ ਵਚਨ ਕੀਤਾ ਵੀ ਜੇ ਧਨ ਗਿਆ ਤਾਂ ਜਾਣ ਦੇ।
ਆਪਦਾ ਜੀਵਨ ਬਚਾਓ, ਆਪਦਾ ਪਰਿਵਾਰ ਬਚਾਓ। ਤੇ ਧਨ ਅਤੇ ਇਸਤਰੀ ਨਾਲੋਂ ਆਪਣੀ ਰੱਖਿਆ ਕਰਨੀ ਰਾਜਨੀਤੀ 'ਚ ਬਹੁਤ ਵੱਡੀ ਸਮਝਦਾਰੀ ਹੈ। ਕਿਉਂਕਿ ਜੇਕਰ ਆਪਣਾ ਸਰੀਰ ਹੈ ਤਾਂ ਹੀ ਇਹ ਸਾਰੇ ਪਦਾਰਥ ਮੁੜ ਪ੍ਰਾਪਤ ਹੋ ਸਕਦੇ ਨੇ। ਏਕ ਤਜੈ ਕੁਲ ਕੇ ਲੀਏ, ਹੇ ਭਾਈ ਆਪਣੀ ਸਾਰੀ ਕੁਲ ਦੇ ਭਲੇ ਵਾਸਤੇ ਇੱਕ ਬੁਰੇ ਮਨੁੱਖ ਨੂੰ ਤਿਆਗ ਦੇਣਾ ਹੀ ਠੀਕ ਹੈ। ਕੁਲ ਤਿਆਗੈ ਪੁਰ ਹੇਤ, ਅਤੇ ਸਾਰੇ ਨਗਰ ਸ਼ਹਿਰ ਦੇ ਭਲੇ ਵਾਸਤੇ ਆਪਣੀ ਕੁਲ ਨੂੰ ਛੱਡ ਦੇਵੇ। ਕਹਿਣ ਤੋਂ ਮੁਰਾਦ ਇਹ ਹੈ ਕਿ ਇੱਕ ਬੁਰੇ ਮਨੁੱਖ ਨੂੰ ਤਿਆਗਣ ਤੋਂ ਜੇ ਕੁਲ ਦਾ ਭਲਾ ਹੁੰਦਾ ਤਾਂ ਕਰੋ, ਤੇ ਜੇ ਕੁਲ ਤਿਆਗਣ ਨਾਲ ਨਗਰ ਦਾ ਭਲਾ ਹੁੰਦਾ ਤਾਂ ਵੀ ਕਰੋ। ਪੁਰ ਤਿਆਗੈ ਹਿਤ ਦੇਸ਼ ਕੇ, ਫਿਰ ਸਾਰੇ ਦੇਸ਼ ਦੇ ਭਲੇ ਵਾਸਤੇ ਸਾਰੇ ਨਗਰ ਸ਼ਹਿਰ ਨੂੰ ਛੱਡ ਦੇਵੇ। ਦੇਸ਼ ਤਜੈ ਆਪਣੇ, ਅਤੇ ਆਪਣੇ ਭਲੇ ਵਾਸਤੇ ਜੇਕਰ ਦੇਸ਼ ਵੀ ਛੱਡਣਾ ਪਵੇ ਤਾਂ ਆਪਦਾ ਦੇਸ਼ ਆਪਦਾ ਇਲਾਕਾ ਵੀ ਛੱਡ ਦੇਵੇ। ਅਰਥਾਤ ਜੇਕਰ ਘਰ ਦੇ ਪਰਿਵਾਰ ਵਿੱਚੋਂ ਕਿਸੇ ਇੱਕ ਮਨੁੱਖ ਦੀ ਬੁਰੀ ਸੰਗਤ ਨਾਲ ਪ੍ਰੀਤੀ ਹੋਵੇ ਤਾਂ ਉਸ ਕਰਕੇ ਸਾਰੀ ਕੁਲ ਨੂੰ ਦੁੱਖ ਮਿਲਦਾ ਹੋਵੇ ਤਾਂ ਕੁਲ ਦੇ ਲਾਭ ਲਈ, ਕੁਲ ਦੇ ਭਲੇ ਲਈ ਉਹਨੂੰ ਛੱਡ ਦੇਣਾ ਚਾਹੀਦਾ ਹੈ। ਕਿਸੇ ਪ੍ਰਕਾਰ ਜੇਕਰ ਆਪਣੀ ਕੁਲ ਨੂੰ ਛੱਡਣ ਨਾਲ ਸਾਰੇ ਸ਼ਹਿਰ ਦਾ ਲਾਭ ਸੁੱਖ ਮਿਲੇ ਤਾਂ ਆਪਣੀ ਕੁਲ ਨੂੰ ਛੱਡਣਾ ਹੀ ਠੀਕ ਹੈ। ਅਤੇ ਸ਼ਹਿਰ ਦੇ ਤਿਆਗਣ ਕਰਕੇ ਜੇਕਰ ਸਾਰੇ ਦੇਸ਼ ਦਾ ਭਲਾ ਹੁੰਦਾ ਹੋਵੇ ਤਾਂ ਉਸ ਸ਼ਹਿਰ ਨੂੰ ਛੱਡ ਦੇਵੋ। ਤਿਵੇਂ ਹੀ ਜੇਕਰ ਕਿਸੇ ਪੁਰਖ ਨੂੰ ਦੇਸ਼ ਵਿੱਚ ਰਹਿੰਦਿਆਂ ਕੋਈ ਸੁੱਖ ਪ੍ਰਾਪਤ ਨਾ ਹੋਵੇ, ਸਗੋਂ ਕਲੇ ਕਲੇਸ਼ ਝਗੜੇ ਹੀ ਗਲ ਪਏ ਰਹਿਣ, ਤਾਂ ਆਪਣੇ ਸੁੱਖ ਦੇ ਵਾਸਤੇ ਐਸੇ ਦੇਸ਼ ਨੂੰ ਛੱਡਣਾ ਹੀ ਠੀਕ ਹੈ। ਬਿਰਧ ਨਹੀਂ ਬਾਂਧਵ ਨਹੀਂ, ਹੇ ਭਾਈ ਜਿੱਥੇ ਕਿਸੇ ਪ੍ਰਕਾਰ ਦੀ ਕੋਈ ਉਪਜੀਵਕਾ, ਕੋਈ ਰੁਜ਼ਗਾਰ ਨਹੀਂ ਹੈ, ਭੁੱਖੇ ਮਰਨਾ ਪੈ ਰਿਹਾ, ਅਤੇ ਬਾਂਧਵ ਨਹੀਂ ਜਿੱਥੇ ਕੋਈ ਸਾਕ ਸੰਬੰਧੀ ਵੀ ਨਹੀਂ ਹੈ। ਵਿਦਿਆ ਪ੍ਰਾਪਤ ਨਾ ਹੈ, ਹਰ ਕਿਸੇ ਪ੍ਰਕਾਰ ਦੀ ਵਿਦਿਆ ਦੀ ਪ੍ਰਾਪਤੀ ਵੀ ਨਹੀਂ ਹੈ। ਨਹਿ ਆਦਰ ਜਹ ਦੇਸ਼ ਮਹਿ, ਫਿਰ ਜਿਸ ਦੇਸ਼ ਵਿੱਚ ਕੋਈ ਸਤਿਕਾਰ ਵੀ ਨਹੀਂ ਮਿਲਦਾ, ਕਿਉਂ ਬਸੀਐ ਤੇ ਮਾਹੇ, ਦੱਸੋ ਉੱਥੇ ਰਹਿਣ ਦਾ ਫਿਰ ਕੀ ਫਾਇਦਾ। ਫਿਰ ਉਸ ਦੇਸ਼ ਦੇ ਵਿੱਚ ਕਾਹਦੇ ਲਈ ਵਸੀਏ, ਭਾਵ ਨਹੀਂ ਵਸਣਾ ਚਾਹੀਦਾ। ਕਹਿਣ ਦਾ ਭਾਵ ਇਹ ਹੈ ਕਿ ਜਿੱਥੇ ਪੁਰਸ਼ ਨੂੰ ਕੁਟੁੰਬ, ਪਰਿਵਾਰ ਅਤੇ ਸਰੀਰ ਦੀ ਪਾਲਣਾ ਵਾਸਤੇ ਕੋਈ ਕੰਮ ਹੀ ਨਹੀਂ ਮਿਲ ਰਿਹਾ, ਜੇ ਕੰਮ ਮਿਲਿਆ ਤੇ ਤਨਖਾਹ ਨਹੀਂ ਮਿਲ ਰਹੀ, ਜੇ ਤਨਖਾਹ ਮਿਲੀ ਹੈ ਤੇ ਕਿਰਾਇਆ ਉਹਦੇ ਨਾਲੋਂ ਜ਼ਿਆਦਾ, 5000 ਤਨਖਾਹ ਹੈ ਤੇ 8000 ਰੁਪਈਆ ਕਿਰਾਏ ਤੇ ਮਕਾਨ, 4-4000 ਬਿਜਲੀ ਦਾ ਬਿੱਲ ਹੈ। ਦੱਸੋ ਉੱਥੇ ਰਹਿਣ ਦਾ ਕੀ ਫਾਇਦਾ। ਇਹਦੇ ਨੂੰ ਬੰਦਾ ਆਪਦੇ ਡੰਗਰਾਂ ਨੂੰ ਪੱਠੇ ਪਾਏ, ਮਾਂ ਪਿਓ ਨੂੰ ਸੁੱਖ ਦੇਵੇ, ਅਤੇ ਦੁੱਖ ਜਾਂ ਵਿਪਤਾ ਸਮੇਂ ਸਹਾਇਤਾ ਲਈ ਕੋਈ ਸੰਬੰਧੀ ਵੀ ਨਹੀਂ ਹੈ, ਕੋਈ ਜਾਣਕਾਰ ਵੀ ਨਹੀਂ ਹੈ, ਨਾ ਪੈਸਾ ਹੈ, ਨਾ ਰੋਟੀ ਹੈ, ਤੇ ਨਾ ਮਕਾਨ ਆਪਣਾ, ਨਾ ਕੋਈ ਸੰਬੰਧੀ ਹੈ। ਵਿਪਤਾ ਪਈ ਤੋਂ ਕੋਈ ਸਹਾਇਤਾ ਨਹੀਂ ਕਰ ਸਕਦਾ। ਫਿਰ ਕੋਈ ਗੁਣ ਜਾਂ ਵਿਦਿਆ ਦਾ ਵੀ ਕੋਈ ਲੱਭ ਤੇ ਕੋਈ ਲਾਭ ਆਦਰ ਵੀ ਨਹੀਂ ਮਿਲਦਾ, ਨਾ ਕੋਈ ਵਿਦਿਆ ਦਾ ਪ੍ਰਬੰਧ ਹੈ, ਨਾ ਕੋਈ ਉੱਥੇ ਸਤਿਕਾਰ ਹੈ, ਤਾਂ ਅਜਿਹੇ ਦੇਸ਼ ਵਿੱਚ ਰਹਿਣਾ ਚੰਗਾ ਨਹੀਂ ਹੈ, ਉਹਨੂੰ ਛੱਡ ਦੇਣਾ ਚਾਹੀਦਾ। ਏਕ ਪਾਏ ਧਰ ਦ੍ਰਿੜ ਕਰੈ, ਜਦ ਇੱਕ ਪੈਰ ਧਰਤੀ ਉੱਪਰ ਪੱਕੀ ਤਰ੍ਹਾਂ ਟਿਕਾ ਲਵੇ ਤਬੈ ਉਠਾਵੈ, ਔਰ ਤਦੋਂ ਹੀ ਦੂਸਰਾ ਪੈਰ ਉਠਾਉਣਾ ਕਰੇ। ਇਹ ਖਾਸ ਕਰਕੇ ਬਾਰਿਸ਼ ਦੇ ਵਿੱਚ ਮੇਰੇ ਵਰਗਿਆਂ ਨੂੰ ਚੱਲਣ ਦੀ ਜਾਚ ਨਹੀਂ ਹੁੰਦੀ। ਖਾਸ ਕਰਕੇ ਆ ਜਿਹੜੀਆਂ ਚੱਪਲੀਆਂ ਜੀਆਂ ਹੁੰਦੀਆਂ, ਹਵਾਈ ਚੱਪਲ ਜਿਹਨੂੰ ਕਹਿੰਦੇ ਨੇ, ਕੈਂਚੀ ਚੱਪਲਾਂ, ਕੋਈ ਸਿਆਣਾ ਬੰਦਾ ਹੀ ਇਹਦੇ ਨਾਲ ਚੱਲ ਸਕਦਾ। ਮੇਰੇ ਵਰਗੇ ਨੇ ਪਾਏ ਨੇ ਚੱਟੇ ਕੱਪੜੇ, ਜਿਹਦਾ ਪਜਾਮਾ ਪਾਇਆ ਫਿਰ ਤਾਂ ਬਿਲਕੁਲ ਹੀ ਸਤਿਆਨਾਸ਼। ਜੇ ਪਜਾਮਾ ਨਹੀਂ ਵੀ ਪਾਇਆ ਤਾਂ ਫਿਰ ਵੀ ਚੋਲੇ ਤੱਕ ਠਾ ਠਾ ਕਰਕੇ ਪਿੱਛੋਂ ਅੱਡੀ ਦੇ ਨਾਲ ਚੱਪਲ ਵੱਜਦੀ ਹੋਵੇ, ਚਿੱਕੜ ਹੋਵੇ, ਤੇ ਉਹ ਸਾਰਾ ਕੁਛ ਹੀ ਗੰਦ-ਮੰਦ ਬਰਬਾਦ। ਜਾਂ ਮੂੰਹ ਕਿਸੇ ਪਾਸੇ ਚੁੱਕਿਆ, ਪੈਰ ਫਿਸਲ ਗਿਆ ਤੇ ਉਸੇ ਵਕਤ ਡਿੱਗ ਕੇ ਕੱਪੜੇ ਵੀ ਖਰਾਬ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ, ਰੱਖ ਰੱਖ ਚਰਨ ਧਰੇ ਵਿਚਾਰੀ। ਬਾਰਿਸ਼ ਦੇ ਵਿੱਚ ਖਾਸ ਕਰਕੇ ਚਿੱਕੜ ਦੇ ਸਮੇਂ ਤੁਰਨ ਲੱਗਿਆਂ ਆਪਦੇ ਪੈਰ ਨੂੰ ਵਿਚਾਰ ਕੇ ਰੱਖੇ। ਪਿਛਲਾ ਪੈਰ ਉਦੋਂ ਚੁੱਕੇ ਜਦੋਂ ਅਗਲਾ ਪੈਰ ਧਰਤੀ ਤੇ ਚੰਗੀ ਤਰ੍ਹਾਂ ਟਿਕ ਗਿਆ। ਇਹ ਨਹੀਂ ਕਿ ਅਗਲਾ ਪੈਰ ਰੱਖਦਿਆਂ ਸਾਰੀ ਫਿਸਲ ਗਿਆ, ਪਿਛਲਾ ਵੀ ਚੁੱਕ ਲਿਆ, ਫਿਰ ਤਾਂ ਧੜਮ ਕਰਕੇ ਥੱਲੇ ਡਿੱਗੂਗਾ। ਮੈਨੂੰ ਮੇਰੇ ਉਸਤਾਦ ਨੇ ਇਸ ਗੱਲ ਤੋਂ ਟੋਕਿਆ ਸੀਗਾ, ਕਹਿੰਦੇ ਆਹ ਕਿਵੇਂ ਤੁਰਦਾ ਹੋਏ,
ਗਿਆਨੀ ਮਨਜੀਤ ਸਿੰਘ ਜੀ ਜਿਨ੍ਹਾਂ ਗੱਤਕਾ ਸਿਖਾਇਆ ਤੇ ਸ੍ਰੀ ਦਸਮ ਗ੍ਰੰਥ ਪੜ੍ਹਾਇਆ, ਉਹ ਸੱਚਖੰਡ ਹਜ਼ੂਰ ਸਾਹਿਬ ਤੋਂ ਆਏ ਸੀਗੇ। ਬੰਦਾ ਸਿੰਘ ਬਹਾਦਰ ਉਹਨਾਂ ਦੇ ਅਸਥਾਨ ਦੇ ਬੜੇ ਉਹਨਾਂ ਦੇ ਚੰਗੇ ਉਸਤਾਦ ਮੈਨੂੰ ਕਹਿੰਦੇ ਵੀ ਸ਼ੇਰ ਚਾਲ ਚੱਲਿਆ ਕਰ, ਪੈਰ ਘੜੀਸ ਕੇ ਤੁਰਨਾ। ਤੇ ਦੂਜੇ ਨੂੰ ਵੀ ਆਵਾਜ਼ ਆਉਂਦੀ, ਜਿਹੜਾ ਸ਼ੇਰ ਹੈ ਉਹ ਠੁਮਕ ਠੁਮਕ ਉੱਪਰੋਂ ਕਦਮ ਚੁੱਕਦਾ, ਥੱਲੇ ਰੱਖ ਕੇ ਫਿਰ ਉੱਤੋਂ ਹੀ ਚੁੱਕ ਲੈਂਦਾ। ਤੇ ਮੇਰੇ ਵਰਗੇ ਲੱਤਾਂ ਘੜੀਸ ਘੜੀਸ ਕੇ ਤੁਰਨ ਨੂੰ ਜੀ ਨਹੀਂ ਕਰਦਾ, ਇੰਨੀ ਥਕਾਵਟ ਜਿਸ ਤਰ੍ਹਾਂ ਬੰਦੇ ਕਿਸੇ ਨੇ ਕੁੱਟਿਆ ਹੋਇਆ। ਤੇ ਦੂਰੋਂ ਹੀ ਪਤਾ ਲੱਗਣਾ ਵੀ ਇਹ ਘਸੀਟੂ ਆ ਰਿਹਾ, ਉਹਦਾ ਨਾਂ ਹੀ ਘਸੀਟੂ ਪੈ ਜਾਂਦਾ। ਤੇ ਇਸ ਵਾਸਤੇ ਮੂੰਹ ਤਾਂ ਚੁੱਕਿਆ ਤੇ ਘਸੀਟੂ ਜੀ ਘੜੀਸ ਘੜੀਸ ਕੇ ਚੱਲ ਰਹੇ ਨੇ, ਮਗਰੋਂ ਭਾਵੇਂ ਕੁੱਤਾ ਆ ਗਿਆ ਉਹ ਪਜਾਮਾ ਹੀ ਪਾੜ ਜਾਏ, ਲੱਤ ਦੀ ਬੁਰਕੀ ਵੱਢ ਕੇ ਲੈ ਜਾਏ। ਸ਼ੇਰ ਚਾਲ ਕਿਵੇਂ ਆ? ਸ਼ੇਰ ਉੱਪਰੋਂ ਕਦਮ ਥੱਲੇ ਰੱਖਦਾ, ਉਸੇ ਵੇਲੇ ਤਾਂ ਚੁੱਕਦਾ, ਕਦੀ ਸੱਜੇ ਵੇਖਦਾ, ਕਦੀ ਖੱਬੇ ਵੇਖਦਾ, ਕਦੀ ਪਿੱਠ ਪਿੱਛੇ ਵੇਖਦਾ, ਕਦੀ ਸਾਹਮਣੇ ਦੇਖਦਾ। ਮਤਲਬ ਚਾਰ ਸਫੇਰੇ ਸ਼ੇਰ ਦਾ ਧਿਆਨ ਹੁੰਦਾ ਹੈ। ਇੰਜ ਕਹਿਣ ਦਾ ਭਾਵ ਇਹ ਹੈ ਕਿ ਅਗਲਾ ਕਦਮ ਧਰਤੀ ਤੇ ਪਹਿਲਾਂ ਪੱਕਾ ਕਰ ਲਵੇ, ਫਿਸਲਣ ਤੋਂ ਚੰਗੀ ਤਰ੍ਹਾਂ ਟਿਕਾ ਲੇ, ਫਿਰ ਪਿਛਲਾ ਕਦਮ ਉਠਾਏ। ਇਹਦਾ ਇੱਕ ਲੌਜਿਕ ਹੈ, ਉਹ ਅੱਗੇ ਤੁਹਾਨੂੰ ਖੋਲ ਕੇ ਦੱਸਦੇ ਹਾਂ। ਜਬ ਲਗ ਆਗਾ ਦ੍ਰਿੜ ਨਹੀਂ ਤਬ ਲਗ ਤਜੇ ਨਾ ਠੌਰ। ਕਹਿਣ ਦਾ ਭਾਵ ਇਹ ਹੈ ਕਿ ਜਦੋਂ ਤੱਕ ਅਗਲਾ ਪੈਰ ਪੱਕਾ ਨਹੀਂ ਹੁੰਦਾ ਤਦੋਂ ਤੱਕ ਪਹਿਲੇ ਟਿਕਾਣੇ ਨੂੰ ਛੱਡਣਾ ਨਾ ਕਰੇ। ਅਰਥਾਤ ਜਿਸ ਪ੍ਰਕਾਰ ਇਹ ਦ੍ਰਿਸ਼ਟਾਂਤ ਦਿੱਤਾ ਜਾਂਦਾ ਹੈ ਕਿ ਅਗਲਾ ਪੈਰ ਪੱਕਾ ਟਿਕਾ ਲਵੇ ਤਦ ਪਿਛਲੇ ਪੈਰ ਨੂੰ ਚੁੱਕੇ, ਇਸੇ ਪ੍ਰਕਾਰ ਦਾ ਦ੍ਰਿਸ਼ਟਾਂਤ ਇਹ ਹੈ ਕਿ ਕੋਈ ਵੀ ਮਨੁੱਖ ਪਹਿਲੇ ਆਰੰਭੇ ਹੋਏ ਕਾਰਜ ਨੂੰ ਤਦ ਤੱਕ ਨਾ ਛੱਡੇ ਜਦ ਤੱਕ ਕਿ ਹੋਰ ਨਵੇਂ ਕਾਰਜ ਨੂੰ ਪੱਕਾ ਨਾ ਕਰ ਲਵੇ, ਉਹਦੇ ਸਫਲ ਨਾ ਹੋ ਜਾਏ। ਜੇਕਰ ਪਹਿਲੇ ਕੰਮ ਜਾਂ ਨੌਕਰੀ ਨੂੰ ਛੱਡ ਬੈਠਾ ਤੇ ਅੱਗੋਂ ਨਵਾਂ ਕੰਮ ਜਾਂ ਨੌਕਰੀ ਬਣੀ ਨਹੀਂ, ਤਦੋਂ 5000 ਤੋਂ ਵੀ ਗਿਆ, 10,000 ਦੇ ਲਾਲਚ ਨੂੰ ਪਿਛਲਾ ਛੱਡ ਬੈਠਾ, ਤਦੋਂ ਮਨੁੱਖ ਕੀ ਕਰੇਗਾ ਦੱਸੋ? ਪਛਤਾਤਾਪ ਵੀ ਕਰਨਾ ਪਏਗਾ। ਅੱਜ ਕੱਲ੍ਹ ਤਾਂ ਹੈ ਵੀ ਲੋਕਡਾਊਨ, ਨਾ ਕੋਈ ਕੰਮ ਹੈ, ਨਾ ਕੋਈ ਕਾਰ ਹੈ, ਨਾ ਕੋਈ ਪੈਸਾ। ਇਸ ਲਈ ਪਹਿਲਾਂ ਵਿਚਾਰ ਕੇ ਫਿਰ ਕੰਮ ਕਰੇ। ਜਹਾਂ ਸ਼ਾਹੋ ਨਹਿ ਨਦੀ ਨਹਿ, ਹੇ ਭਾਈ ਜਿੱਥੇ ਕੋਈ ਮਦਦ ਗਰਜ ਪੂਰੀ ਕਰਨ ਵਾਲਾ ਸ਼ਾਹੂਕਾਰ ਵੀ ਨਹੀਂ ਹੈ, ਪਾਣੀ ਤੱਕ ਦੀ ਸਹੂਲਤ ਨਹੀਂ ਹੈ, ਕੋਈ ਨਦੀ ਵੀ ਨਹੀਂ ਹੈ, ਵੈਦ ਜੋਤ ਕੀ ਨਾਹੀ, ਬਿਮਾਰੀ ਦਾ ਇਲਾਜ ਕਰਨ ਵਾਲਾ ਵੈਦ ਹਕੀਮ ਅੱਜ ਕੱਲ੍ਹ ਦੀ ਬੋਲੀ ਵਿੱਚ ਹੌਸਪੀਟਲ ਨਹੀਂ ਹੈ, ਅਤੇ ਚੰਗੀ ਸਲਾਹ ਜਾਂ ਚੰਗੇ ਮਾੜੇ ਸਮੇਂ ਬਾਰੇ ਦੱਸਣ ਵਾਲਾ ਕੋਈ ਜੋਤਸ਼ੀ ਵੀ ਨਹੀਂ ਹੈ, ਭਾਵ ਗਣਿਤ ਵਿਦਿਆ ਕਰਨ ਵਾਲਾ ਤਾਰਾ ਵਿਗਿਆਨੀ ਵੀ ਨਹੀਂ ਹੈ ਜਿਹੜਾ ਗਣਿਤ ਵਿਦਿਆ ਦੱਸੇ। ਨਹਿ ਰਹੀ ਹੈ ਤੇ ਦੇਸ਼ ਮੈਂ ਚਾਰੋ ਨ ਜੇ ਮਾਹੇ, ਫਿਰ ਤੇ ਇਹੋ ਜਿਹੇ ਦੇਸ਼ ਵਿੱਚ ਜਾਣੀ ਇਲਾਕੇ ਵਿੱਚ ਨਹੀਂ ਰਹਿਣਾ ਚਾਹੀਦਾ ਜਿਸ ਦੇਸ਼ ਵਿੱਚ ਇਹ ਚਾਰੇ ਨਹੀਂ ਹਨ। ਅਰਥਾਤ ਪੁਰਾਣੇ ਸਮੇਂ ਵਿੱਚ ਮਨੁੱਖ ਨੂੰ ਕਦੇ ਨਾ ਕਦੇ ਇਹਨਾਂ ਚੌਹਾਂ ਦੀ ਅਵਸ਼ ਲੋੜ ਪੈਂਦੀ ਸੀ, ਸ਼ਾਹੂਕਾਰ ਦੀ, ਨਦੀ ਦੀ, ਵੈਦ ਦੀ ਤੇ ਜੋਤਸ਼ੀ ਦੀ। ਭਾਵ ਅਚਾਨਕ ਰੁਪਈਏ ਪੈਸੇ ਫੜਨ ਲਈ ਸ਼ਾਹੂਕਾਰ ਦੀ ਲੋੜ ਪੈਂਦੀ ਸੀ, ਪਾਣੀ ਦੇ ਵਰਤਣ ਲਈ ਉਸ ਸਮੇਂ ਨਦੀ ਦੀ ਬਹੁਤ ਜ਼ਰੂਰਤ ਹੁੰਦੀ ਸੀ, ਕਿਸੇ ਰੋਗ ਦੀ ਨਿਵਰਤੀ ਲਈ ਵੈਦ ਦੀ ਜ਼ਰੂਰਤ ਪੈਂਦੀ ਸੀ, ਅਤੇ ਚੰਗੇ ਮੰਦੇ ਸਮੇਂ ਜਾਂ ਚੰਗੀ ਸਲਾਹ ਲੈਣ ਲਈ ਜੋਤਸ਼ੀ ਗਣਿਤ ਵਿਦਿਆ ਦੀ ਜ਼ਰੂਰਤ ਪੈਂਦੀ ਸੀ। ਪਰ ਜਿੱਥੇ ਚਾਰੋਂ ਹੀ ਨਾ ਹੁੰਦੇ ਤਾਂ ਉੱਥੇ ਜੀਵਨ ਬਤੀਤ ਕਰਨਾ ਬਹੁਤ ਮੁਸ਼ਕਲ ਸੀ। ਇਸ ਲਈ ਪੁਰਾਣੇ ਸਮੇਂ ਵਿੱਚ ਇਹਨਾਂ ਦਾ ਹੋਣਾ ਹਰ ਇੱਕ ਥਾਂ ਅਵਸ਼ ਲੋੜੀਂਦਾ ਸੀ, ਪਰ ਜਿੱਥੇ ਇਹ ਨਾ ਹੋਣ ਉੱਥੇ ਪੁਰਸ਼ ਨਾ ਰਹੇ। ਅੱਜ ਕੱਲ੍ਹ ਦੀ ਬੋਲੀ ਵਿੱਚ ਬੈਂਕ ਕਹਿ ਲਓ ਜਾਂ ਫਾਈਨੈਂਸਰ ਕਹਿ ਲਓ, ਤੇ ਨਵੇਂ ਹੌਸਪੀਟਲ ਕਹਿ ਲਓ, ਤੇ ਆ ਵਾਟਰ ਸਪਲਾਈ ਦਾ ਪ੍ਰਬੰਧ ਕਹਿ ਲਓ, ਘਰਾਂ ਦੇ ਵਿੱਚ ਟੂਟੀਆਂ, ਵਾਟਰ ਸਪਲਾਈ, ਤੇ ਇਸੇ ਤਰ੍ਹਾਂ ਜੋਤਸ਼ੀ ਆਦਿਕ। ਸੋ ਇਸ ਲਈ ਜਿਵੇਂ ਜਿਵੇਂ ਸਮਾਂ ਬਦਲਦਾ ਤਿਵੇਂ ਤਿਵੇਂ ਲੋੜਾਂ ਵੀ ਬਦਲਦੀਆਂ ਨੇ। ਅਤ ਤੇਜਸਵੀ ਨਿਰਪਤਜ ਹੋ, ਹੇ ਭਾਈ ਅਤਿਅੰਤ ਤੇਜ ਕ੍ਰੋਧ ਵਾਲੇ ਰਾਜੇ ਦਾ ਸਾਥ ਤਿਆਗ ਦਿਓ। ਕੀ ਪਤਾ ਫੜ ਕੇ ਫਾਂਸੀ ਲਾ ਦੇਵੇ। ਜੇ ਤਰ੍ਹਾਂ ਔਰੰਗਜ਼ੇਬ ਨੇ ਬੜੇ ਬੜੇ ਸੁਕਰਾਤ ਵਰਗੇ, ਸ਼ਮਸ ਤਬਰੇਜ਼ ਵਰਗੇ ਆਪਦੇ ਜਿਹੜੇ ਮਹਾਤਮਾ ਸੀਗੇ, ਉਹ ਮੁਸਲਮਾਨ ਵੀ ਸੀ ਭਾਵੇਂ, ਵੇਖੋ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਅਤੇ ਜਿਹੜਾ ਕਪਟੀ ਤਜੀ ਉਹ ਕਪਟੀ ਮੀਤ, ਜਿਹੜਾ ਛਲ ਫਰੇਬ ਕਰਨ ਵਾਲਾ ਮਿੱਤਰ ਹੈ ਉਹਨੂੰ ਵੀ ਤਿਆਗ ਦਿਓ, ਜਲਦੀ ਤਾਂ ਜਲਦੀ ਉਹਦਾ ਸਾਥ ਛੱਡ ਦਿਓ। ਸਵਾਮੀ ਤਜੀ ਹੋ ਅਤਿ ਕ੍ਰਿਪਣ, ਅਤਿਅੰਤ ਕੰਜੂਸ ਬੰਦਾ ਜਿਹੜਾ ਮਾਲਕ ਬਣਾਇਆ ਹੋਇਆ ਉਹਨੂੰ ਵੀ ਛੱਡ ਦਿਓ। ਫਿਰ ਕਿਰਤ ਘਣ ਸੋ ਕਿਆ ਪ੍ਰੀਤ, ਜਿਹੜਾ ਕੀਤੇ ਉਪਕਾਰ ਨੂੰ ਭੁਲਾਉਣ ਵਾਲਾ ਕਿਰਤ ਘਣ ਹੈ, ਉਹਦੇ ਨਾਲ ਕੀ ਭਲਾ ਪ੍ਰੀਤੀ ਕਰਨੀ ਹੈ। ਭਾਵ ਕਿਰਤ ਘਣ ਦੀ ਪ੍ਰੀਤੀ ਵੀ ਤਿਆਗ ਦੇਵੋ। ਅਰਥਾਤ ਡਾਢੇ ਕਰੜੇ ਸੁਭਾਅ ਵਾਲੇ ਰਾਜੇ ਦੀ ਚਾਕਰੀ ਜਾਂ ਉਹਦੇ ਰਾਜ ਵਿੱਚ ਵਸਣਾ ਛੱਡ ਦਿਓ, ਜੋ ਥੋੜੇ ਥੋੜੇ ਅਪਰਾਧ ਪਿੱਛੇ ਪੁਰਖ ਨੂੰ ਬਹੁਤ ਕਰੜਾ ਦੰਡ ਦਿੰਦਾ ਹੈ। ਧੋਖੇਬਾਜ਼ ਮਿੱਤਰ ਦਾ ਸਾਥ ਵੀ ਛੱਡ ਦੇਵੋ, ਕਿਉਂਕਿ ਉਹ ਕਿਸੇ ਸਮੇਂ ਵੀ ਤੁਹਾਨੂੰ ਨੁਕਸਾਨ ਪਹੁੰਚਾ ਸਕਦਾ। ਕੰਜੂਸ ਮਾਲਕ ਦੀ ਨੌਕਰੀ ਵੀ ਤਿਆਗ ਦੇਵੋ, ਜੋ ਦੁੱਖ ਸੁੱਖ ਵੇਲੇ ਕੋਈ ਮਦਦ ਹੀ ਨਹੀਂ ਕਰ ਸਕਦਾ, ਉਹ ਜੇ ਮਾਲਕ ਨੂੰ ਦੱਸੋ ਆਪਾਂ ਜੇਬ 'ਚ ਪਾਉਣਾ। ਅਤੇ ਕਿਰਤਗਣ ਬੰਦੇ ਦਾ ਸਾਥ ਵੀ ਜ਼ਰੂਰੀ ਛੱਡ ਦੇਣਾ ਚਾਹੀਦਾ। ਅਬਿਰਤ ਦੇਸ਼ ਕੋ ਤਿਆਗੀ ਹੈ। हे ਭਾਈ, ਜਿਸ ਦੇਸ਼ ਵਿੱਚ ਕੋਈ ਉਪਜੀਵਕਾ ਕੋਈ ਰੁਜ਼ਗਾਰ ਨਹੀਂ ਹੈ, ਉਸ ਦੇਸ਼ ਨੂੰ ਛੱਡ ਦੇਣਾ ਕਰੀਏ। ਬ੍ਰਿਤ ਉਪਦਰਵੀ ਤਿਆਗ, ਅਤੇ ਪਾਪਾਂ ਵਾਲੀ ਉਪਜੀਵਕਾ ਵੀ ਛੱਡ ਦੇਵੋ। ਭਾਵ ਜਿਸ ਦੇਸ਼ ਵਿੱਚ ਢਿੱਡ ਭਰਨ ਜੋਗੀ ਉਪਜੀਵਕਾ ਵੀ ਪ੍ਰਾਪਤ ਨਹੀਂ ਹੁੰਦੀ, ਜੇ ਲੱਭਦੀ ਵੀ ਹੈ ਤਾਂ ਉਸ ਕਰਕੇ ਪਾਪਾਂ 'ਚ ਪ੍ਰਵਿਰਤੀ ਹੁੰਦੀ ਹੈ, ਤਾਂ ਐਸੇ ਦੇਸ਼ ਤੇ ਅਜਿਹੀ ਪਾਪਾਂ ਵਾਲੀ ਉਪਜੀਵਕਾ ਤਿਆਗਣ ਯੋਗੀ ਹੈ। ਕ੍ਰਿਪਣ ਕ੍ਰਿਤ ਘਣੀ ਤਿਆਗ ਪ੍ਰਭੂ, ਕ੍ਰਿਪਣ ਕੰਜੂਸ ਅਤੇ ਕਿਰਤ ਘਣ ਕੀਤੇ ਉਪਕਾਰ ਨੂੰ ਭੁਲਾਉਣ ਵਾਲੇ ਪ੍ਰਭੂ ਮਾਲਕ ਨੂੰ ਜਲਦੀ ਛੱਡ ਦੇਵੋ। ਕੰਮ ਕਰਦਾ ਬੰਦਾ ਮਰ ਗਿਆ, ਮੁੜਕੋ ਮੁੜਕੀ ਉਹ ਗਾਲਾਂ ਕੱਢਦਾ ਹੀ ਥੱਕਦਾ ਨਹੀਂ, ਕੋਈ ਜਾਣਦਾ ਹੀ ਨਹੀਂ ਸਾਰ ਮਜ਼ਦੂਰ ਬੰਦੇ ਦੀ। ਇਹੋ ਜਿਹੇ ਮਾਲਕ ਤੋਂ ਕੀ ਲੈਣਾ, ਕੰਮ ਕਰਕੇ ਖਾਣਾ ਕਿਤੇ ਹੋਰ ਕਰਕੇ ਖਾ ਲਓ। ਜ਼ਰੂਰ ਇਹੋ ਜਿਹੇ ਮਾਲਕ ਦੀ ਤਰੱਕੀ ਬਾਰੇ ਸੋਚਣਾ, ਛੱਡੋ ਖਹਿੜਾ। ਰਹਿ ਨਾ ਤਿੰਨ ਸਿਉਂ ਦਾ, ਤਿੰਨਾਂ ਦੇ ਨਾਲ ਲਾ ਕੇ ਹੀ ਨਾ ਰਹਿਣਾ ਕਰੇ ਸਾਰੀ ਉਮਰ। ਭਾਵੇਂ ਇਹਨਾਂ ਨਾਲ ਪ੍ਰੀਤੀ ਨਾ ਕਰੋ, ਇਹਨਾਂ ਦਾ ਤਿਆਗਣਾ ਹੀ ਚੰਗਾ ਹੈ। ਛਾੜ ਜਾਹੇ ਧਨ ਕਹਿ ਗਏ। हे ਭਾਈ, ਧਨ ਦੌਲਤ ਦੇ ਚਲੇ ਜਾਣ, ਭਾਵ ਧਨ ਨਾਸ਼ ਹੋਇਆ। ਪੁੱਤਰ ਮਿੱਤਰ ਹਿਤ ਨਾਰ, ਪੁੱਤਰ ਮਿੱਤਰ ਹਿਤ ਕਰਨ ਵਾਲੇ ਸਾਖ ਸੰਬੰਧੀ ਤੇ ਨਾਰ ਇਸਤਰੀ ਛੱਡ ਜਾਂਦੇ ਹਨ। ਇਸ ਲਈ ਖਿਆਲ ਰੱਖੋ। ਸੁਖ ਹੈ ਹੇਤ ਬਹੁਤ, ਦੁੱਖ ਪਾਵਤ ਸੇਵ ਕਰਤ ਜਨ ਜਨ ਕੀ। ਘਰ ਕੀ ਨਰ ਉਰੇ ਤਨ ਲਾਗੀ, ਉਹ ਤੋਂ ਭੂਤ ਭੂਤ ਕਰ ਭਾਗੀ। ਜਗਤ में झूठी देखी प्रीत, अपने ही सुख स्यों सब लागे। क्या दारा क्या मीत, मेरी मेरी सब कहत हित स्यों बाध्यो चीत। अंत काल संगी न को यह अचरज है रीत। सो धन आवे जब पुरख पै, जदों पुरख दे पास धन आ जाता है। आए मिले यह चार, तदों ही चारे ही आके मिल जाते हैं। अर्थात जद किसी मनुख के पासों धन नाश हो जाता है या कोई विपता पैण कारण कंगाल हो जाता है, तो उदों ही चारे छड़ जाते हैं। पुत्र भी छड़ जाता, मित्र भी छड़ जाते, हितू नारी भी त्याग दिंदी, या हित करन वाले साख संबंधी ते घर वाली भी छड़ दिंदी। जिस वेले मनुख के पास धन संपत दोबारा आके प्राप्त हो जाती है, तो उदों ही चारे फिरा मिलते हैं। इसलिए इन्हां दी सच्ची प्रीति नहीं है, केवल धन दे नाल ही प्रीति है। गुरबाणी ने सही लिखिया, यह जग मीत न देखियो कोई, सगल जगत अपने सुख लागियो। दुख में संग न होई रहा, दारा मीत पूत संबंधी, सगरे तन स्यों लागे। जब ही निर्तन देखियो नर को, संग छाड़ सब भागे। सो नर दाता पह चातुरी। हे भाई, जिस स्थान ते दानी पुरख या नर सूरमा ते दाता दानी किसे दा पह डर, चातरी चतुराई, लज्जा धर्म न आहे। किसे दी लज्जा शर्म अते धर्मी मनुख या श्रेष्ठ धर्म नहीं है, ताह न रहिए एक दिन, जह एह पांचो नाहि। फिर उथे एक दिन भी नहीं रहना चाहिए जिथे पंजे नहीं हैं। भाव जिथे कोई दानी पुरख नहीं है, कोई सूरमा नहीं है, कोई चतुराई नहीं, किसी दी कोई शर्म नहीं है, हमेशा डर बनया रहिंदा ते या चतुराइयां ही करते रहिंदे लोग, उथे रहन दा कोई फायदा नहीं। उथे एक दिन भी ना रहे जिथे पंजे नहीं हैं।
ਬਾਂਧਵ ਪ੍ਰੀਸ਼ਾ ਪੀਰ ਹੈ, ਕਾਰਿਆ ਪ੍ਰੀਸ਼ਾ ਦਾਸ। हे ਭਾਈ, ਕਿਸੇ ਪੀਰ ਬਿਪਤਾ ਦੇ ਸਮੇਂ ਸੰਬੰਧੀਆਂ ਦੀ ਪ੍ਰੀਖਿਆ ਹੁੰਦੀ ਹੈ ਕਿ ਹੁਣ ਸਾਥ ਨਿਭਾਉਂਦੇ ਨੇ ਜਾਂ ਨਹੀਂ। ਔਰ ਕਾਰਿਆ ਪ੍ਰੀਸ਼ਾ ਦਾਸ, ਕਿਸੇ ਕਾਰਜ ਕੰਮ ਦੇ ਸਮੇਂ ਸੇਵਕ ਨੌਕਰ ਦੀ ਪ੍ਰੀਖਿਆ ਹੁੰਦੀ ਹੈ ਕਿ ਹੁਣ ਸਹੀ ਕੰਮ ਕਰਦਾ ਕਿ ਜਾਂ ਨਹੀਂ। ਮਿੱਤਰ ਪ੍ਰੀਸ਼ਾ ਆਪਦਾ, ਤ੍ਰਿਆ ਪ੍ਰੀਸ਼ਾ ਤਨ ਨਾਸ। ਇਸੇ ਪ੍ਰਕਾਰ ਕਿਸੇ ਬਿਪਤਾ ਮੁਸ਼ਕਲ ਦੇ ਸਮੇਂ ਦੋਸਤਾਂ ਮਿੱਤਰਾਂ ਦੀ ਪ੍ਰੀਖਿਆ ਹੁੰਦੀ ਹੈ ਅਤੇ ਧਨ ਦੇ ਨਾਸ਼ ਹੋਈਆਂ ਇਸਤਰੀ ਘਰ ਵਾਲੀ ਦੀ ਪ੍ਰੀਖਿਆ ਹੁੰਦੀ ਹੈ। ਜੇ ਮਿੱਤਰ ਨੇ ਮੁਸ਼ਕਲ 'ਚ ਸਾਥ ਦਿੱਤਾ ਤਾਂ ਸਮਝੋ ਸੱਚਾ ਮਿੱਤਰ। ਜੇ ਧਨ ਨਾ ਹੋਏ ਤੋਂ ਵੀ ਸੀਤਾ ਵਰਗੀ ਸਤ ਵਰਤਾ ਪਤ ਵਰਤਾ ਧਰਮ 'ਚ ਪਰਪੱਕ ਇਸਤਰੀ ਸਾਥ ਦੇ ਰਹੀ ਹੈ ਤਾਂ ਸਮਝ ਲਓ ਸੱਚੀ ਇਸਤਰੀ ਹੈ। ਸੀਤਾ ਦੀ ਉਦਾਹਰਨ ਦੁਨੀਆ 'ਚ ਦਿੱਤੀ ਜਾਂਦੀ ਹੈ। ਇਹ ਰਿਸ਼ਤਿਆਂ ਦੀ ਪਰਖਣਾ ਹੈ। ਵਿਪਤ ਭਰੀ ਸਭ ਹੀ ਸੰਗ ਛਾੜਤ ਕੋ ਨਾਵਤ ਨੀਰਾ। ਤੁਲਸੀਦਾਸ ਜੀ ਨੇ ਵੀ ਰਾਮਾਇਣ 'ਚ ਕਿਹਾ, ਧੀਰਜ ਧਰਮ ਮਿੱਤਰ ਅਰ ਨਾਰੀ, ਆਪਦ ਕਾਲ ਪਰਖੀਐ ਚਾਰੀ। ਧੀਰਜ, ਧਰਮ, ਮਿੱਤਰ ਅਤੇ ਇਸਤਰੀ, ਇਹ ਬਿਪਤਾ ਦੇ ਸਮੇਂ ਪਰਖੇ ਜਾਂਦੇ ਨੇ ਚਾਰੋਂ। ਰੋਗ ਪੀਰ ਦੁਰਭਿਖ ਮੈਂ, ਜੇਕਰ ਕਿਸੇ ਰਾਜੇ ਦੇ ਰਾਜ ਵਿੱਚ ਪ੍ਰਜਾ ਨੂੰ ਕੋਈ ਬਿਮਾਰੀ ਲੱਗ ਜਾਵੇ ਜਾਂ ਕੋਈ ਪੀਰ ਬਿਪਤਾ ਪੈ ਜਾਵੇ ਜਾਂ ਕਾਲ ਪੈ ਜਾਏ, ਉਸ ਸਮੇਂ ਵਿੱਚ ਰਾਜ ਦੁਆਰ ਸਨਮਾਨ, ਰਾਜੇ ਦੇ ਦਰਬਾਰ ਵਿੱਚ ਰਾਜੇ ਵੱਲੋਂ ਪ੍ਰਜਾ ਨੂੰ ਆਦਰ ਸਹਿਤ ਸਹਾਇਤਾ ਪ੍ਰਾਪਤ ਹੋਵੇ, ਉਹ ਅਸਲੀ ਰਾਜਾ ਅਖਵਾਉਣ ਦਾ ਹੱਕਦਾਰ ਹੈ। ਨਹੀਂ ਤਾਂ ਸਮਝ ਲਓ ਰਾਜਾ ਨਹੀਂ, ਉਹ ਤਾਂ ਭੁੱਖਾ ਹੈ। ਰਹਿ ਰਾਜ ਪ੍ਰੇਮ ਬੇਗ੍ਰਹਿ ਬਿਖੈ, ਐਸੇ ਰਾਜ ਦਾ ਰਾਜ ਭਾਗ ਵੀ ਇਹ ਵਿਸ਼ੇਸ਼ ਕਰਕੇ ਉਸਦੇ ਘਰ ਵਿੱਚ ਹੀ ਰਹਿੰਦਾ ਹੈ। ਜਿਵੇਂ ਮਹਾਰਾਜਾ ਰਣਜੀਤ ਸਿੰਘ ਰਾਜਾ ਸੀਗਾ, 40 ਸਾਲ ਉਹਨੇ ਰਾਜ ਕੀਤਾ। ਕੋਈ ਮੁਸਲਮਾਨ ਕੋਈ ਈਸਾਈ ਕਿਸੇ ਬਗੈਰ ਧਰਮ ਸਿੱਖਾਂ ਤੋਂ ਹੋਰ ਧਰਮਾਂ ਵਾਲਿਆਂ ਨੂੰ ਵੀ ਕੋਈ ਦਿਜਾਇਕ ਨਹੀਂ ਕੀਤੀ, ਦੁੱਖ ਨਹੀਂ ਦਿੱਤਾ, ਸਭ ਸੁਖੀ ਕੀਤੇ। ਰਾਜੇ ਦੀ ਇੱਕ ਨਿਗਾਹ ਹੋਣੀ ਚਾਹੀਦੀ ਹੈ। ਐਸੇ ਰਾਜੇ ਦਾ ਜੇਕਰ ਕਿਸੇ ਹੋਰ ਰਾਜੇ ਨਾਲ ਵਿਗਾੜ ਪੈ ਜਾਏ ਤਾਂ ਉਹਦਾ ਰਾਜ ਉਵੇਂ ਹੀ ਰਹਿ ਜਾਂਦਾ, ਭਾਵ ਪ੍ਰਜਾ ਉਹਦੇ ਰਾਜੇ ਦਾ ਸਾਥ ਜੁ ਦਿੰਦੀ ਹੈ। ਸਰਦਾਰ ਹਰੀ ਸਿੰਘ ਨਲੂਆ ਜਰਨੈਲ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਰਹੇ। ਅਕਾਲ ਤਖਤ ਸਾਹਿਬ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਨੇ ਜੰਗਾਂ ਲੜੀਆਂ। ਧਰਮੀ ਰਾਜਾ ਸੀਗਾ, ਭਾਵ ਪ੍ਰਜਾ ਉਸ ਰਾਜੇ ਦਾ ਸਾਥ ਦਿੰਦੀ ਹੈ ਤੇ ਵਿਰੋਧੀ ਰਾਜਾ ਧਰਮੀ ਰਾਜੇ ਦਾ ਨੁਕਸਾਨ ਨਹੀਂ ਕਰ ਸਕਦਾ। ਪਰ ਜਿਉਂ ਹੀ ਮਹਾਰਾਜਾ ਰਣਜੀਤ ਸਿੰਘ ਨੇ ਅੱਖਾਂ ਮੀਟੀਆਂ ਤੇ ਤਿਉਂ ਹੀ ਖਾਲਸਾ ਰਾਜ ਦਾ ਸੂਰਜ ਡੁੱਬ ਗਿਆ, ਫੁੱਟ ਪੈ ਗਈ। ਸੋ ਬਾਂਧਵ ਤੂੰ ਜਾਣ, ਹੈ ਭਾਈ ਤੂੰ ਉਹ ਰਾਜਾ ਆਪਣਾ ਸੰਬੰਧੀ ਹੀ ਜਾਣਨਾ ਕਰ, ਉਹ ਸਕਾ ਸੰਬੰਧੀ ਹੈ। ਸੋ ਇੰਜ ਇਤ ਸ੍ਰੀ ਰਾਜਨੀਤ ਚਨਾਕਾ ਨਾਮ ਪ੍ਰਥਮ ਅਧਿਆਏ, ਸ੍ਰੀ ਸ਼੍ਰੋਮਣੀ ਰਾਜਨੀਤ ਦੇ ਚਨਾਕਾ ਨਾਮੀ ਗ੍ਰੰਥ ਦਾ ਇਹ ਪ੍ਰਥਮ ਪਹਿਲਾ ਅਧਿਆਏ ਇੱਥੇ ਇਤੀ ਸਮਾਪਤ ਹੁੰਦਾ ਹੈ। ਇਸ ਦੇ ਨਾਲ ਹੀ ਸੋ ਅੱਜ ਦੇ ਸਮੇਂ ਨੂੰ ਸਮਾਪਤ ਕਰਦੇ ਹਾਂ। ਆਪਾਂ ਫਤਿਹ ਬੁਲਾਉਂਦੇ ਹਾਂ। ਬਾਕੀ ਦੂਸਰਾ ਅਧਿਆਏ ਕੱਲ ਨੂੰ ਵਿਚਾਰਾਂਗੇ ਜੀ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।